इस टाइम ਤੁਹਾਨੂੰ पता है कि यूरोपीयन कबड्डी चैंपीयनशिप चल रही है स्कॉटलैंड ਦੇ ਵਿੱਚ ਗਲਾਸਗੋ ਦੇ ਵਿੱਚ ਤੇ ਐਮਿਰੇਟਸ ਅਰੀਨਾ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਆ। ਜਿਸ ਤਰ੍ਹਾਂ ਤੁਸੀਂ ਸਵੇਰ ਤੋਂ ਦੇਖ ਰਹੇ ਹੋ ਕਿ ਕਿੱਦਾਂ ਦੇ ਫਾਸਵੇਂ ਮੁਕਾਬਲੇ ਨੇ ਤੇ ਇਸ ਟਾਈਮ ਜਿਹੜਾ ਅਗਲਾ ਮੁਕਾਬਲਾ ਹੋਣ ਜਾ ਰਿਹਾ ਜਿਹਦੇ ਵਿੱਚ ਹਾਲੈਂਡ ਤੇ ਜਰਮਨੀ ਆਪੋ ਵਿੱਚ ਆਮੋ ਸਾਹਮਣੇ ਹੋਣ ਜਾਏਗੀਆਂ। ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ, ਮੈਚ ਦੇ ਨਾਲ ਜੋੜਦੇ ਹਾਂ। ਪਰ ਇਸ ਟਾਈਮ ਸ਼ੋਗਰੀ ਸਾਡੇ ਨਾਲ ਨੇ। ਭਾਜੀ ਕਿੱਦਾਂ ਦੇ ਮੁਕਾਬਲੇ ਚੱਲ ਰਹੇ ਆ? ਭਾਜੀ ਪਹਿਲਾ ਇੱਥੇ ਯੂਰਪ ਕੱਪ ਹੋ ਰਿਹਾ ਵਾ ਤੇ ਤੁਹਾਡੇ ਸਾਹਮਣੇ ਹੀ ਹੈ। ਜ਼ਿਆਦਾ ਉਤਸ਼ਾਹ ਕਰਦੇ ਆ ਕਿ ਵੀ ਇੰਡੀਆ ਤੋਂ ਬਾਅਦ ਜਿਹੜੀਆਂ ਦੂਸਰੀਆਂ ਕੰਟਰੀਆਂ ਆ ਉਹ ਵੀ ਖੇਡਣ। ਹੁਣ ਤੁਸੀਂ ਦੇਖ ਰਹੇ ਹੋ ਪਹਿਲੀ ਵਾਰੀ ਆਪਣਾ ਨੀਦਰਲੈਂਡ ਹਾਲੈਂਡ ਖੇਡ ਰਿਹਾ। ਇਹ 'ਚ ਸਾਰੇ ਗੋਰੇ ਆ ਤੇ ਅਗੇਂਸਟ ਜਰਮਨੀ ਦੇ ਜਿਹੜਾ ਪੋਲੈਂਡ ਆ ਉਹ ਸਾਰੇ ਗੋਰੇ ਹੈਗੇ ਆ ਤੇ ਬਹੁਤ ਵਧੀਆ ਚੱਲ ਰਿਹਾ। ਇਹ ਇੱਕ ਸੰਯੋਗ ਚਾਹੀਦਾ। ਪਹਿਲਾਂ ਕੁਝ ਕਮੀਆਂ ਪੇਸ਼ੀਆਂ ਵੀ ਹੈਗੀਆਂ ਤੇ ਗਾਂ ਤੋਂ ਪੂਰੀਆਂ ਹੋ ਜਾਣਗੀਆਂ। ਇਹ ਮੇਰੇ ਖਿਆਲ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਸਾਇੰਸ ਵੀ ਕਰਾਇਆ ਸਾਰਿਆਂ ਤੋਂ, ਕੁਝ ਪੰਜਾਬੀ ਉੱਦਾਂ ਹੀ ਡਿਸਿਪਲਿਨ ਦੇ ਵਿੱਚ ਹੋ ਗਏ। ਇਹ ਰੈਕਟੈਂਗੂਲਰ ਕਬੱਡੀ 'ਚ ਡਿਸਿਪਲਿਨ ਹੀ ਹੈਗਾ ਹੈ। ਤੁਸੀਂ ਦੇਖ ਰਹੇ ਇਹ 'ਚ ਕੋਈ ਵੀ ਕਿਸੇ ਨਾਲ ਬਹਿਸ ਨਹੀਂ ਕਰੇਗਾ। ਜੋ ਰੈਫਰੀ ਦਾ ਡਿਸੀਜਨ ਹੈ ਉਹ ਮੰਨਿਆ ਜਾਏਗਾ। ਅਗਰ ਨਹੀਂ ਮੰਨਦਾ ਉਹਨੂੰ ਯੈਲੋ ਕਾਰਡ ਦਿਖਾਇਆ ਜਾਂ ਗ੍ਰੀਨ ਕਾਰਡ ਦਿਖਾਇਆ ਜਾਏਗਾ, ਯੈਲੋ ਕਾਰਡ ਦਿਖਾਇਆ ਜਾਏਗਾ, ਉਸ ਤੋਂ ਬਾਅਦ ਬਾਹਰ। ਸੋ ਇੱਥੇ ਤੁਸੀਂ ਰੈਫਰੀ ਦੀ ਮੰਨਣੀ ਹੈ। ਰੈਫਰੀ ਦਾ ਜੋ ਡਿਸੀਜਨ ਹੈ, ਰੈਫਰੀ ਰੱਬ ਨਹੀਂ ਹੈਗਾ, ਲੇਕਿਨ ਅਗਰ ਉਹਦੀ ਰਿਸਪੈਕਟ ਨਹੀਂ ਕਰਾਂਗੇ ਤਾਂ ਗੇਮ ਅੱਗੇ ਨਹੀਂ ਜਾ ਸਕਦੀ। ਤੇ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਸਵੇਰ ਤੋਂ ਦੇਖਿਆ ਕਿ ਨਾਰਵੇ ਦਾ ਮੁਕਾਬਲਾ ਇਟਲੀ ਦੇ ਨਾਲ, ਜਿਹਦੇ ਵਿੱਚ ਨਾਰਵੇ ਵਿਨਰ ਰਹੀ, ਬਹੁਤ ਜਿਹੜੀ ਫਾਸਮੀ ਟੱਕਰ ਰਹੀ ਆ। ਤੇ ਉਸ ਤੋਂ ਬਾਅਦ 'ਚ ਇੰਗਲੈਂਡ ਦਾ ਪੋਲੈਂਡ ਦੇ ਨਾਲ ਬਾਸੀ ਭਾਜੀ ਹੁਣੀ ਵੀ ਲੈ ਕੇ ਟੀਮ ਪਹੁੰਚਿਆ ਇੰਗਲੈਂਡ ਦੀ। ਤੇ ਭਾਜੀ ਹੁਣੀ ਕਹਿੰਦੇ ਵੀ ਪਹਿਲੀ ਵਾਰੀ ਟੀਮ ਜਿਹੜੀ ਆ ਐਕਸਪੀਰੀਅੰਸ ਕਰ ਰਹੀ ਆ ਇਸ ਨੈਸ਼ਨਲ ਕਬੱਡੀ ਦਾ। ਸੋ ਹੋ ਸਕਦਾ ਕਿ ਥੋੜ੍ਹੀਆਂ ਬਹੁਤੀਆਂ ਕਮੀਆਂ ਪੇਸ਼ੀਆਂ ਹੋਣ, ਪਰ ਆਉਣ ਵਾਲੇ ਜਿਹੜੇ ਮੈਚ ਆ ਉਹਨਾਂ ਦੇ ਵਿੱਚ ਬਹੁਤ ਫਾਸਮੀ ਜਿਹੜੀ ਟੱਕਰ ਦੇ ਸਕਦੀ ਆ। ਤੇ ਇਸ ਟਾਈਮ ਜਿਹੜਾ ਮੁਕਾਬਲਾ ਆ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਆ, ਹਾਲੈਂਡ ਤੇ ਜਰਮਨੀ। ਸੋ ਇਹਨਾਂ ਦੋਨਾਂ ਟੀਮਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਕਿਹੜੀ ਟੀਮ ਜਿਹੜੀ ਆ ਜਿੱਤ ਸਕਦੀ ਆ? ਦੇਖੋ ਇੱਦਾਂ ਟੈਕਨੀਕ ਵਾਈਜ਼ ਜਿਹੜੀ ਹਾਲੈਂਡ ਹੈਗੀ ਆ ਨਵੀਂ ਹੈ, ਪਹਿਲੀ ਵਾਰੀ ਮੁਕਾਬਲਾ ਖੇਡ ਰਹੀ ਹੈ। ਪਰ ਜਰਮਨੀ 'ਚ ਤੁਸੀਂ ਦੇਖਿਆ ਆਪਣੇ ਇਹ ਸਾਰੇ ਪੁਰਾਣੇ ਘਾੜੂ ਹੈਗੇ ਆ, ਸਰਕਲ ਕਬੱਡੀ ਖੇਡਦੇ ਨਾਲ ਰੈਕਟੈਂਗਲ ਵੀ ਖੇਡਦੇ ਆ। ਜੋਸ਼ ਦੇ ਵਿੱਚ ਉਹਨਾਂ ਨਾਲੋਂ ਜ਼ਿਆਦਾ ਹੈਗੇ ਆ, ਪਰ 19-21 ਦਾ ਫਰਕ ਹੋਏਗਾ। ਤੇ ਚਲੋ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਮੁੜ ਜੁੜਦੇ ਹਾਂ ਗਰਾਊਂਡ ਦੇ ਨਾਲ, ਜਿੱਥੇ ਕਿ ਹਾਲੈਂਡ ਤੇ ਜਰਮਨੀ ਦਾ ਮੁਕਾਬਲਾ। ਦੋਨਾਂ ਟੀਮਾਂ ਨੂੰ ਬੈਸਟ ਆਫ ਲੱਕ ਸਾਡੇ ਵੱਲੋਂ। ਤੇ ਆਓ ਜੁੜੀਏ ਗਰਾਊਂਡ ਦੇ ਨਾਲ।
ਮਾੜੀ ਮੋਟੀ ਕਹਿੰਦਾ ਠੀਕ ਹੈ ਕਿਉਂ ਮੈਂ ਉਹ ਪਹਿਲਾਂ ਬੋਲਿਆ ਕਿ ਮੈਨੂੰ ਆਪ ਤੇ ਹਾਲੈਂਡ ਦੀ ਜਿਹੜੀ ਟੀਮ ਤੁਸੀਂ ਦੇਖ ਰਹੇ ਹੋ ਔਰੰਜ ਕਿੱਟ ਦੇ ਵਿੱਚ ਹੈਗੀ ਹੈ। ਇਹ ਪਹਿਲੀ ਵਾਰੀ ਮੁਕਾਬਲਾ ਖੇਡ ਰਿਹਾ। ਇਹਨਾਂ ਨੇ ਟ੍ਰੇਨਿੰਗ ਤੇ ਸ਼ੁਰੂ ਕੀਤੀ, ਟ੍ਰੇਨਿੰਗ ਤੇ ਲਈ ਹੈ, ਪਰ ਪਹਿਲੀ ਵਾਰੀ ਕੋਈ ਕੰਪੀਟੀਸ਼ਨ ਕਿਸੇ ਟੀਮ ਦੇ ਨਾਲ ਖੇਡ ਰਿਹਾ। ਹੁਣ ਜਰਮਨੀ ਦੀ ਰੇਡ ਹੈਗੀ ਹੈ। ਇਹ ਜਰਮਨੀ ਤੁਸੀਂ ਦੇਖ ਰਹੇ ਹੋ ਕਿ ਆਪਣੇ ਇੰਡੀਅਨ ਬੋਰਨ ਪਲੇਅਰ ਹੈਗਾ। ਇਹ ਸਰਕਲ ਖੇਡੇ ਹੋਏ ਆ ਔਰ ਜਿਹੜਾ ਸਰਕਲ ਆਹ ਫੜ ਲਿਆ, ਉਹ ਦੇਖੋ, ਇਹ ਹੁਣ ਇਹਨਾਂ ਨੇ ਟੈਕਲ ਕਰ ਲਿਆ ਜਰਮਨੀ ਦੇ ਪਲੇਅਰ ਨੂੰ। ਤੇ ਹੁਣ ਪਲੇਅਰ ਜਿਹੜਾ ਜਰਮਨੀ ਦਾ ਇਹ ਆਊਟ ਹੈ। ਇਹ ਤਦ ਤੱਕ ਅੰਦਰ ਨਹੀਂ ਆ ਸਕਦਾ ਜਦ ਤੱਕ ਇਹਨਾਂ ਦੀ ਟੀਮ ਸਕੋਰ ਨਹੀਂ ਕਰਦੀ। ਹੁਣ ਰੇਡ ਹੈਗੀ ਹੈ ਹਾਲੈਂਡ ਦੀ। ਹਾਲੈਂਡ ਦਾ ਪਲੇਅਰ ਜੇ ਟਰਾਈ ਕਰ ਰਿਹਾ, ਅਗਰ ਇੱਕ ਨੂੰ ਟੱਚ ਕਰਦਾ ਤਾਂ ਇੱਕ ਆਊਟ ਹੈ, ਜੇ ਦੋ ਨੂੰ ਕਰਦਾ ਤਾਂ ਦੋ। ਇਸ ਵੇਲੇ 4 ਪਲੇਅਰ ਹੈਗੇ ਆ ਤੇ ਚਾਰਾਂ ਦੇ ਵਿੱਚ ਸੁਪਰ ਟੈਕਲ ਨਹੀਂ। ਹੁਣ ਹਾਲੈਂਡ ਦੇ ਪਲੇਅਰ ਨੇ ਟੱਚ ਕਰਤਾ ਜਰਮਨੀ ਨੂੰ ਤੇ ਇਹ ਵੋਕ ਕਰਕੇ ਗਿਆ ਉਹ ਜਿਹੜੀ ਗੈਲਰੀ ਬਣੀ ਹੋਈ ਹੈ। ਅਗਰ ਟੱਚ ਕੀਤੇ ਤੋਂ ਬਿਨਾਂ ਇਹ ਗੈਲਰੀ 'ਚ ਵੜ ਜਾਂਦਾ ਤੇ ਇਹ ਰੇਡਰ ਆਊਟ ਸੀਗਾ। ਉਹਨੇ ਟੱਚ ਕੀਤਾ ਸੀ ਤੇ ਗੈਲਰੀ 'ਚ ਵੜਿਆ, ਇਸ ਕਰਕੇ ਆਊਟ ਨਹੀਂ ਹੋਇਆ ਤੇ ਜਿਹੜਾ ਪੁਆਇੰਟ ਹੈਗਾ ਉਹ ਹਾਲੈਂਡ ਦੇ ਖਾਤੇ 'ਚ ਗਿਆ। ਇਸ ਵੇਲੇ ਜਰਮਨੀ ਦੀ ਰੇਡ ਹੈ। ਜਰਮਨੀ ਦਾ ਪਲੇਅਰ ਟਰਾਈ ਕਰ ਰਿਹਾ ਟੱਚ ਕਰਨ ਨੂੰ। ਹੁਣ ਵਾਹ, ਗੁੱਡ ਟੈਕਲ। ਇਹ ਟੈਕਨੀਕ ਦੇਖੋ ਗੋਰਿਆਂ ਨੇ, ਇਹ ਹਾਲੈਂਡਰੀ ਹੈ ਸਾਰੇ, ਇਹਨਾਂ 'ਚ ਇੰਡੀਅਨ ਨਹੀਂ ਹੈਗਾ। ਅਗਰ ਦੋਨੇ ਨੂੰ ਫੜ ਲੈਂਦੇ ਆ ਹਾਲੈਂਡ ਦੇ ਪਲੇਅਰ ਨੂੰ ਤੇ ਇਹਨਾਂ ਨੂੰ 1 ਪੁਆਇੰਟ ਨਹੀਂ, ਇਹਨਾਂ ਨੂੰ 2 ਪੁਆਇੰਟ ਮਿਲਨੇ ਆ। ਇਹਨੂੰ ਕਹਿੰਦੇ ਸੁਪਰ ਟੈਕਲ, ਕਿਉਂਕਿ ਪੂਰੀ ਟੀਮ ਨਹੀਂ। ਇਹ ਸਕਸੈਸਫੁਲ 1 2 ਆਊਟ। ਹੁਣ 4 ਪੁਆਇੰਟ ਹਾਲੈਂਡ ਦੇ ਖਾਤੇ 'ਚ ਗਏ ਆ। 2 ਪਲੇਅਰ ਆਊਟ ਹੋਏ ਆ ਤੇ 2 ਇਹਨਾਂ ਨੂੰ ਮਿਲੇ ਆ ਬੋਨਸ ਕਿ ਜਦੋਂ ਤੁਸੀਂ ਸਾਰੀ ਟੀਮ ਨੂੰ ਖਤਮ ਕਰਦੇ ਹੋ ਤੁਹਾਨੂੰ 2 ਬੋਨਸ ਮਿਲਦੇ ਨੇ। ਹੁਣ 4 ਪੁਆਇੰਟ ਜਿਹੜੇ ਆ ਹਾਲੈਂਡ ਦੇ ਖਾਤੇ ਵਿੱਚ ਗਏ ਆ। ਹੁਣ ਜਰਮਨੀ ਦੀ ਰੇਡ ਹੈ ਤੇ ਜਰਮਨੀ ਦਾ ਪਲੇਅਰ ਨੰਬਰ 2 ਟਰਾਈ ਕਰ ਰਿਹਾ ਹੱਥ ਲਾਉਣ ਦੀ, ਪਰ ਨਹੀਂ ਸਕਸੈਸਫੁਲ ਹੋਇਆ। ਇਹਨੇ ਉਹਨੂੰ ਬਾਹਰ ਕੱਢਤਾ ਕਿਉਂਕਿ ਉਹਦਾ ਕੋਈ ਵੀ ਪਾਰਟ ਗਰਾਊਂਡ ਦੇ ਅੰਦਰ ਨਹੀਂ ਸੀਗਾ, ਇਸ ਕਰਕੇ ਰੇਡਰ ਆਊਟ ਹੈ। ਹੁਣ ਰੇਡ ਹੈਗੀ ਹੈ ਹਾਲੈਂਡ ਦੀ। ਅੱਛਾ ਹਾਂ, ਇਹ 1-1 ਪੁਆਇੰਟ ਦਿੱਤਾ ਕਿਉਂਕਿ ਹਾਂ ਉਹਨਾਂ ਦਾ ਇੱਕ ਪਲੇਅਰ ਜਿਹੜਾ ਸੀ ਉਹਦਾ ਕਨੈਕਟ ਨਹੀਂ ਹੈਗਾ, ਪੈਰ ਤਾਂ ਚਲੇ ਗਿਆ, ਇਸ ਕਰਕੇ ਗੁੱਡ ਟੈਕਲ ਯੈਸ। ਹੁਣ ਹਾਲੈਂਡ ਦਾ ਪਲੇਅਰ ਜਿਹੜਾ ਆਊਟ ਹੋ ਗਿਆ ਕਿਉਂਕਿ ਉਹਨਾਂ ਨੇ ਸਕਸੈਸਫੁਲੀ ਉਹਨੂੰ ਫੜ ਲਿਆ। ਇਹਦੇ ਵਿੱਚ ਨਾਲ ਲੋਕ ਕਬੱਡੀ ਕਰਦੇ ਆ, ਪਰ 30 ਸੈਕਿੰਡ ਵੀ ਦੇਖੇ ਜਾਂਦੇ ਆ ਕਿ 30 ਸੈਕਿੰਡ ਦੇ ਵਿੱਚ ਉਹ ਹੱਥ ਲਾ ਕੇ ਵਾਪਸ ਆਵੇ। ਇਹਦੇ ਤੁਸੀਂ ਨਾ ਕਿੱਕ ਮਾਰ ਸਕਦੇ ਹੋ, ਨਾ ਧੋਲ ਮਾਰ ਸਕਦੇ ਹੋ, ਨਾ ਗਲਾ ਦਬਾ ਸਕਦੇ ਹੋ। ਤੁਸੀਂ ਪੁਸ਼ ਕਰ ਸਕਦੇ ਹੋ ਲੇਕਿਨ ਜੈਂਟਲੀ ਪੁਸ਼। ਇਹ ਨਹੀਂ ਕਿ ਤੁਸੀਂ ਉਹਨੂੰ ਇਸ ਹਿਸਾਬ ਦਾ ਧੱਕਾ ਮਾਰੋ ਜਿਹੜਾ ਉਹਦੇ ਸੱਟ ਲੱਗੇ। ਇਹਨਾਂ ਨੂੰ ਫੋਲ ਕਹਿੰਦੇ ਆ। ਇਹ ਟਰਾਈ ਕਰ ਰਿਹਾ ਪਰ ਜਰਮਨੀ ਦਾ ਪਲੇਅਰ ਪੁਆਇੰਟ ਲੈਣ ਦੀ ਡਾਈ ਮਾਰੀ ਉਹਨੇ। ਹੁਣ ਦੇਖਣਾ ਇੱਥੇ ਹੈ ਕਿ ਹੱਥ ਪਹਿਲੋਂ ਲੱਗਾ ਸੀ, ਦੂਸਰਾ ਉੱਤੇ ਡਿੱਗਿਆ। 2 ਆਊਟ। ਇਹਦੇ 'ਚ ਇਹ ਹੈ ਕਿ ਜਦੋਂ ਉਹ ਡਿੱਗਿਆ ਸੀਗਾ ਤੇ ਉਹਨੇ ਲਾਈਨ ਨੂੰ ਹੱਥ ਲਾਤਾ ਤੇ ਹੋਰਾਂ ਨੇ ਅਗਰ ਉਹਨੂੰ ਹੱਥ ਲਾਇਆ ਉਹ ਆਊਟ ਨਹੀਂ ਹੈਗੇ।
ਸੋ ਲਾਈਨ ਟੱਚ ਕਰਨ ਤੋਂ ਪਹਿਲਾਂ ਜਿਹੜੇ ਟੱਚ ਹੋ ਗਏ ਉਹੀ ਆਊਟ ਹੈ, ਦੂਸਰੇ ਨਹੀਂ। ਓ ਯੈਸ, ਜਿੱਦਾਂ ਹੁਣ ਇੱਕ ਆਊਟ ਹੈ, ਭਾਵੇਂ ਉਹ ਦੂਸਰੇ ਨੂੰ ਟੱਚ ਕਰ ਦਿੰਦੇ ਕਿਉਂਕਿ ਆਲਰੇਡੀ ਉਹਨੇ ਟੱਚ ਕੀਤਾ ਹੋਇਆ ਸੀਗਾ ਲਾਈਨ ਦੇ ਵਿੱਚ। ਹੁਣ ਰੇਡ ਹੈ ਕਿ ਜਰਮਨੀ ਦੀ, ਜਰਮਨੀ ਦਾ ਮੁੰਡਾ ਰੇਡ ਕਰ ਰਿਹਾ ਤੇ ਹਾਂ ਉਹਨੇ ਟੱਚ ਕਰ ਲਿਆ, ਸੋ ਪੁਆਇੰਟ ਗਿਆ ਇਹ ਜਰਮਨੀ ਦੇ ਖਾਤੇ 'ਚ। ਤੇ ਜਿਹੜਾ ਹਾਲੈਂਡ ਦਾ ਪਲੇਅਰ ਹੈਗਾ ਉਹ ਆਊਟ ਹੋ ਗਿਆ, ਉਹਨੂੰ ਬਾਹਰ ਬੈਠਣਾ ਪੈਣਾ ਜਦ ਤੱਕ ਉਹਦੀ ਟੀਮ ਪੁਆਇੰਟ ਨਹੀਂ ਲੈ ਕੇ ਆਉਂਦੀ। ਤੇ ਜੇ ਉਹਦੀ ਟੀਮ ਪੁਆਇੰਟ ਕਰਦੀ ਹੈ ਤੇ ਤਾਂ ਉਹ ਆਏਗਾ। ਇਹ ਵਾਹ, ਹੁਣ ਦੇਖਦੇ ਆ ਕਿੰਨੇ ਆ। ਬੋਨਸ ਤੇ ਨਾਲ 2 ਆਊਟ, ਬੋਨਸ ਤੇ ਨਾਲ 2 ਆਊਟ, 3 ਪੁਆਇੰਟ ਗਏ ਹੈ ਜਰਮਨੀ ਦੇ ਹਾਲੈਂਡ ਦੇ ਖਾਤੇ 'ਚ। ਬੋਨਸ ਹੁੰਦਾ ਵਾ ਜਿਹੜੀ ਕਾਲੀ ਲਾਈਨ ਲੱਗੀ ਹੋਈ ਹੈ, ਅਗਰ ਜਿਹੜੇ ਡਿਫੈਂਡਰ ਹੈਗੇ ਆ ਉਹ ਟੈਕਲ ਨਹੀਂ ਕਰਦੇ, ਉਹਨੂੰ ਨਹੀਂ ਫੜਦੇ, ਰੇਡਰ ਟਰਾਈ ਕਰਦਾ 2 ਆਊਟ, ਰੇਡਰ ਟਰਾਈ ਕਰਦਾ ਉਹ ਫੜਦੇ ਨਹੀਂ ਗਏ। ਅਗਰ ਰੇਡਰ ਕ੍ਰੋਸ ਕਰ ਜਾਂਦਾ ਆਪਣੀ ਉਹ ਕਾਲੀ ਲਾਈਨ ਜਿਹੜੀ ਹੈਗੀ ਉਹਨੂੰ ਕਹਿੰਦੇ ਬੋਨਸ ਲਾਈਨ, ਤੇ ਰੇਡਰ ਨੂੰ 1 ਪੁਆਇੰਟ ਮਿਲਦਾ, ਚਾਹੇ ਉਹ ਫੜਨ ਚਾਹੇ ਨਾ ਫੜਨ। ਜੇ ਉਹ ਫੜਿਆ ਵੀ ਜਾਵੇ ਤਾਂ ਵੀ ਉਹਨੂੰ ਉਹ ਪੁਆਇੰਟ ਮਿਲਦਾ। ਰੇਡ ਹੈਗੀ ਹੈ ਹਾਲੈਂਡ ਦੀ। ਇਹ ਦੇਖੋ ਕਹਿੰਦੇ ਆ ਕਬੱਡੀ ਆਪਣੀ, ਮੈਂ ਪਿਤਾ ਪੁਰਖੀ ਗੇਮ ਕਹਿੰਦਾ, ਲੋਕੀ ਮਾਂ ਗੇਮ ਕਹਿੰਦੇ ਆ। ਤਾਂ ਮੇਰਾ ਹਮੇਸ਼ਾ ਇਹ ਸਵਾਲ ਹੁੰਦਾ ਹੈ ਕਿ ਕਿਸੇ ਦੀ ਮੰਮੀ ਗੇਮ ਨਹੀਂ ਖੇਡਦੀ, ਡੈਡੀ ਤਾਂ ਖੇਡਦੇ ਰਹੇ ਆ, ਤੇ ਇਸ ਕਰਕੇ ਇਹਨੂੰ ਮੈਂ ਪਿਤਾ ਪੁਰਖੀ ਗੇਮ ਕਹਿੰਦਾ। ਤੇ ਪਿਤਾ ਪੁਰਖੀ ਗੇਮ ਤਾਂ ਕਹਿੰਦਾ ਕਿ ਮੈਂ ਅੱਜ ਤੱਕ ਮੰਮੀ ਖੇਡੀ ਨਹੀਂ ਦੇਖੀ। ਤੁਹਾਡਾ ਕੀ ਖਿਆਲ ਹੈ? ਮੇਰਾ ਖਿਆਲ ਤਾਂ ਇਹ ਆ ਕਿ ਕਿਉਂਕਿ ਇੱਕ ਇਹ ਨਿਮਾਣੀ ਜੀ ਗੇਮ ਆ, ਜਦੋਂ ਵੀ ਕਿਤੇ ਆਪਾਂ, ਕਿਉਂਕਿ ਧਰਤੀ ਨੂੰ ਵੀ ਮਾਂ ਕਹਿੰਦੇ ਆ, ਉਹ ਵੀ ਪਾਲਣ ਪੋਸ਼ਣ ਕਰਦੀ ਹੈ। ਤੇ ਅੱਜ ਇਸ ਗੇਮ ਦੇ ਸਿਰ ਤੋਂ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਦਾ ਵੀ ਪਾਲਣ ਪੋਸ਼ਣ ਹੋ ਰਿਹਾ। ਇਸ ਲਈ ਇਹ ਆ ਕਿ ਇੱਕ ਨਿਮਾਣੀ ਜਿਹੀ ਗੇਮ ਮਿੱਟੀ ਦੇ ਵਿੱਚੋਂ ਉੱਠ ਕੇ ਅੱਜ ਲੱਖਾਂ ਕਰੋੜਾਂ ਦੀ ਗੇਮ ਬਣਨ ਵਾਲੀ ਨੂੰ ਇੱਕ ਮਾਣ, ਜੋ ਇੱਕ ਸਤਿਕਾਰ ਅਸੀਂ ਅਸੀਂ ਧਰਤੀ ਮਾਤਾ ਨੂੰ ਦਿੰਦੇ ਆ, ਉਹੋ ਹੀ ਮਾਣ ਸਤਿਕਾਰ ਇਸ ਗੇਮ ਨੂੰ ਦਿੱਤਾ ਗਿਆ। ਕਿਉਂਕਿ ਪੰਜਾਬੀਆਂ ਦਾ ਇਹ ਰਿਹਾ ਕਿ ਜਿੱਥੋਂ ਜਿਹੜੀ ਚੀਜ਼ ਨੂੰ ਦਿਲੋਂ ਪਿਆਰ ਕਰਦੇ ਉਹਦਾ ਸਤਿਕਾਰ ਜਿਹੜਾ ਆ ਬਹੁਤ ਜ਼ਰੂਰੀ ਆ। ਸੋ ਇਸ ਟਾਈਮ ਆਪਾਂ ਮੁੜ ਮੈਚ ਦੇ ਨਾਲ ਜੁੜਦੇ ਆ ਕਿ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ, ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ, ਕਿਉਂਕਿ ਸਾਡੇ ਲਈ ਵੀ ਕੁਝ ਬਹੁਤ ਸਾਰੀਆਂ ਚੀਜ਼ਾਂ ਇਸ ਗੇਮ ਦੇ ਵਿੱਚ ਨਵੀਆਂ ਨੇ, ਟੈਕਨੀਕ ਵਾਈਜ਼ ਤੇ ਜਿਹੜੇ ਰੂਲਸ ਨੇ ਸਪੈਸ਼ਲੀ। ਸੋ ਇਸ ਟਾਈਮ ਦੇਖਿਆ ਕਿ ਜਰਮਨੀ ਦੀ ਟੀਮ ਨੇ ਇੱਕ ਹੋਰ ਪੁਆਇੰਟ ਦੇ ਵਿੱਚ ਵਾਧਾ ਕੀਤਾ ਹੈਗਾ, ਤੇ ਮੇਰਾ ਖਿਆਲ ਜਿਹੜੇ ਸਪੋਰਟਰ ਆ ਉਹ ਵੀ ਪੂਰਾ ਹੌਸਲਾ ਦੇ ਰਹੇ ਆ, ਕਿਉਂਕਿ ਬਣਦਾ ਵੀ ਹੈ। ਤੇ ਅਸੀਂ ਇੱਕ ਪਾਸੇ ਦੇਖ ਸਕਦੇ ਹਾਂ ਅਸ਼ੋਕ ਜੀ ਕਿ ਪੰਜਾਬੀ ਮੁੰਡੇ ਨੇ ਤੇ ਦੂਸਰੇ ਪਾਸੇ ਸਾਰੇ ਹੀ ਗੋਰੇ ਨੇ। ਸੋ ਇਹਨਾਂ ਨੂੰ ਕਿੱਦਾਂ ਇੰਨੀ ਟੈਕਨੀਕ ਜਿਹੜੀ ਆ ਇੰਨੀ ਛੇਤੀ ਇਹਨਾਂ ਨੇ ਕਿੱਦਾਂ ਅਡਾਪਟ ਕੀਤੀ? ਇਹ ਹੈਗਾ ਜੀ, ਪਹਿਲਾਂ ਬਹੁਤ ਔਖਾ ਹੈ ਕਿਸੇ ਨੂੰ ਆਪਣੀ ਚੀਜ਼ ਵੇਚਣੀ, ਕਿਸੇ ਨੂੰ ਆਪਣੀ ਗੱਲ ਨਾਲ ਮਨਾਉਣਾ, ਤੇ ਕਬੱਡੀ ਵਾਸਤੇ ਮਨਾਉਣਾ ਹੋਰ ਔਖਾ ਹੈਗਾ। ਤੇ ਇਹ ਚਲੋ ਬੜੀ ਅੰਤ ਤੱਕ ਮਿਹਨਤ ਸੀਗੀ, ਬੜੇ ਸਾਲਾਂ ਤੋਂ ਲੱਗੇ ਹੋਏ ਸੀਗੇ। ਤੇ ਦਲਬੀਰ ਸਿੰਘ ਮਿਲਿਆ, ਉਹਦੇ ਨਾਲ ਗੱਲ ਕੀਤੀ, ਉੱਥੇ ਕਮੇਟੀ ਬਣਾਈ, ਫਿਰ ਮੁੰਡਿਆਂ ਨੂੰ ਲੱਭਣਾ ਸ਼ੁਰੂ ਕੀਤਾ। ਤੇ ਇਹ ਮੁੰਡੇ ਵੱਖ-ਵੱਖ ਸਪੋਰਟਸ ਖੇਡਦੇ ਆ, ਰਗਬੀ ਖੇਡਦੇ ਆ, ਇਹਨਾਂ ਨੂੰ ਉਕਸਾਇਆ, ਗੇਮ ਬਾਰੇ ਦੱਸਿਆ ਤੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਅੱਜ ਤੁਸੀਂ ਦੇਖਦੇ ਹੋ ਕਿ ਪੰਜਾਬੀਆਂ ਦੀ ਜਿਹੜੀ ਤੁਸੀਂ ਕਹਿੰਦੇ ਖੇਡ ਗੇਮ, ਅੱਜ ਹਿੰਦੁਸਤਾਨ ਦੀ ਖੇਡ ਗੇਮ ਜਿਹੜੀ ਅੱਜ ਗੋਰੇ ਖੇਡਦੇ ਆ। ਹਾਫ ਟਾਈਮ ਹੋਇਆ ਜੀ, ਹਾਫ ਟਾਈਮ ਦੀ ਬੈਲ ਹੋਈ ਸੀ, ਹਾਫ ਟਾਈਮ, ਕਿਉਂਕਿ ਰੇਡ ਪਈ ਹੋਈ ਸੀਗੀ, ਇਸ ਕਰਕੇ ਉਹਨਾਂ ਰੇਡ ਜਿਹੜੀ ਆ ਕੈਰੀ ਔਨ ਹੋ ਰਹਿਣ ਦਿੱਤੀ। ਓਕੇ, ਹਾਂ, ਤੇ ਇਹਦੇ 'ਚ ਹੋ ਗਿਆ ਕਿ ਹਾਫ ਟਾਈਮ ਹੋ ਗਿਆ। ਇਸ ਵੇਲੇ ਸਕੋਰ ਹੈਗੇ ਆ 13-20। ਇਹਦੇ 'ਚ ਹੈਗਾ ਕਿ ਜਦੋਂ ਤੁਸੀਂ ਇੱਕ ਰੇਡ ਪਾਈ ਤੇ ਤੁਸੀਂ ਕੁਝ ਨਹੀਂ ਕੀਤਾ, ਹੱਥ ਨਹੀਂ ਲਾਇਆ, ਵਾਪਸ ਆ ਗਏ, ਸੈਕੰਡ ਟਾਈਮ ਤੇ ਤੁਹਾਡੀ ਟੀਮ ਨੂੰ ਸਕੋਰ ਕਰਨਾ ਪੈਣਾ। ਅੱਛਾ ਜੀ, ਜਿੱਦਾਂ ਸਰਕਲ ਦੇ ਵਿੱਚ ਹੈ ਕਿ ਜਾਣਾ ਤੇ ਹੱਥ ਲਾ ਕੇ ਆਣਾ ਹੀ ਪੈਣਾ। ਜੀ ਜੀ, ਇਹਦੇ 'ਚ ਸੈਕੰਡ ਰੇਡ ਤੇ ਹੈਗਾ ਕਿ ਤੁਹਾਨੂੰ ਹੱਥ ਲਾਣਾ ਹੀ ਪੈਣਾ, ਅਗਰ ਨਹੀਂ ਲਾਉਂਦੇ ਤੁਸੀਂ ਆਊਟ। ਓਕੇ, ਉਹਨੂੰ ਕਹਿੰਦੇ ਡੂ ਐਂਡ ਡਾਈ। ਠੀਕ ਹੈ। ਚਲੋ ਬਹੁਤ ਵਧੀਆ, ਇਸ ਟਾਈਮ ਬਹੁਤ ਵਧੀਆ ਟੈਕਲ ਜਰਮਨੀ ਦੇ ਵੱਲੋਂ ਵੀ, ਪਰ ਮੇਰਾ ਖਿਆਲ ਆ ਬਈ ਬਹੁਤ ਵਧੀਆ ਇਹ ਨੌਜਵਾਨ ਦੀ ਆਪਾਂ ਪਹਿਲਾਂ ਵੀ ਦੇਖਿਆ ਕਿ 7 ਨੰਬਰ ਜਰਸੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ। ਤੇ ਇਸ ਟਾਈਮ 2 ਜਿਹੜੇ ਖਿਡਾਰੀ ਨੇ ਉਹ ਜਰਮਨ ਦੇ ਆਊਟ ਕੀਤੇ ਤੇ ਆਪਣੀ ਟੀਮ ਦੇ ਲਈ 2 ਪੁਆਇੰਟਾਂ ਦਾ ਜਿਹੜਾ ਵਾਧਾ ਕੀਤਾ ਆ। ਔਰ ਦੇਖ ਲਓ ਇਹਨਾਂ 'ਚ ਜੋਸ਼ ਕਿੰਨਾ, ਡਿਸਪਲਿਨ ਕਿੰਨਾ ਹੈਗਾ ਜੀ। ਔਰ ਹੌਲੀ ਹੌਲੀ ਜਦੋਂ ਤੁਸੀਂ ਦੇਖਿਆ ਹੋਇਆ ਕਿ ਡਿਸਪਲਿਨ ਦੀ ਗੱਲ, ਕਿ ਡਿਸਪਲਿਨ ਹੋਏਗਾ ਕਿਸੇ ਗੇਮ 'ਚ, ਕਿਸੇ ਕਮੇਟੀ 'ਚ, ਕਿਸੇ ਸੰਸਥਾ ਦੇ ਵਿੱਚ, ਉਹ ਅੱਗੇ ਵਧੇਗੀ। ਬਿਲਕੁਲ ਸਹੀ ਗੱਲ ਹੈ। ਤੇ ਇਸ ਟਾਈਮ ਬਹੁਤ ਹੀ ਵਧੀਆ ਰੋਮਾਂਚਕ ਮੁਕਾਬਲਾ ਚੱਲਦਾ ਹੋਇਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ, ਕਿਉਂਕਿ ਅਗਲਾ ਮੁਕਾਬਲਾ ਜਿਹੜਾ ਆ ਉਹ ਇੰਗਲੈਂਡ ਦਾ ਹੋਵੇਗਾ। ਤੇ ਇਸ ਟਾਈਮ ਹਾਲੈਂਡ ਦੀ ਟੀਮ ਜਿਹੜਾ ਆ ਉਹ 1 ਪੁਆਇੰਟ ਦੇ ਵਿੱਚ ਹੋਰ ਵਾਧਾ ਕਰਦੇ ਹੋਏ, ਤੇ ਅਸੀਂ ਦੇਖ ਸਕਦੇ ਹਾਂ ਕਿ 23 ਤੇ 13 ਪੁਆਇੰਟਾਂ ਦਾ ਜਿਹੜਾ ਫਰਕ ਆ ਉਹ ਚੱਲਦਾ ਹੋਇਆ। ਤੇ ਇਸ ਟਾਈਮ KTV ਦੇ ਰਾਹੀਂ ਤੁਸੀਂ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਬੈਠੇ ਹੋ, ਲਾਈਵ ਸਕਾਟਲੈਂਡ ਤੋਂ, ਗਲਾਸਗੋ ਤੋਂ, ਐਮਿਰੇਟਸ ਅਰੀਨਾ ਦੇ ਵਿੱਚੋਂ ਇਹ ਨਜ਼ਾਰਾ ਤੱਕ ਰਹੇ ਹੋ, ਜਿੱਥੇ ਕਿ ਬਹੁਤ ਘੱਟ ਜਿਹੜਾ ਸਮੇਂ ਦੇ ਵਿੱਚ ਮੇਰਾ ਖਿਆਲ ਹੈ ਵੀ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ। ਤੇ ਇਸ ਟਾਈਮ ਯੂਰਪੀਅਨ ਚੈਂਪੀਅਨਸ਼ਿਪ
ਦਾ ਪਹਿਲਾ ਦਿਨ ਤੇ ਕੱਲ੍ਹ ਨੂੰ ਹੋਣਗੇ ਸੈਮੀਫਾਈਨਲ ਤੇ ਫਾਈਨਲ ਦੇ ਮੁਕਾਬਲੇ, ਜਿੱਥੇ ਨਾਲ ਦੀ ਨਾਲ ਸਰਕਲ ਦਾ ਵੀ ਮੁਕਾਬਲਾ ਹੋਵੇਗਾ। ਪਰ ਇਸ ਟਾਈਮ ਜਿਹੜੀ ਦੂਜੀ ਵਾਰੀ ਅਸ਼ੋਕ ਜੀ, ਦੋ ਵਾਰੀ ਉਹਨਾਂ ਨੇ ਵਾਈਪ ਆਊਟ ਕਰਤਾ, ਆਊਟ ਕਰਦੀ ਪੂਰੀ ਟੀਮ ਜੀ। ਤੇ ਹੁਣ ਜਿਹੜੀ ਇਹ ਕਿੰਨੀ ਵਾਰੀ, ਜੇ ਆਪਾਂ ਜੇ ਇਸ 40 ਮਿੰਟ ਦੇ ਸਮੇਂ ਦੇ ਦਰਮਿਆਨ ਕਿੰਨੀ ਵਾਰੀ ਜਿਹੜੀ ਟੀਮ ਹੈ ਉਹ ਆਊਟ ਕਰ ਸਕਦੇ ਆ? ਜਿੰਨੀ ਵਾਰੀ ਮਰਜ਼ੀ। ਇਹ ਹੈਗਾ ਅਗਰ ਟੀਮ ਜ਼ਿਆਦਾ ਕਮਜ਼ੋਰ ਹੈ ਤਾਂ ਜ਼ਿਆਦਾ ਵਾਰੀ ਆਊਟ ਹੋ ਜਾਏਗੀ, ਟੀਮ ਚੰਗੀ ਹੈਗੀ ਹੈ ਤਾਂ ਘੱਟ ਹੁੰਦੇ ਆਊਟ, ਉਹ ਆਪਣੀ ਟੀਮ ਨੂੰ ਫਿਰ ਖੜੀ ਕਰ ਦਿੰਦੇ ਆ। ਕਿਉਂ? ਜਦੋਂ ਤੁਸੀਂ ਸਾਰੀ ਟੀਮ ਆਊਟ ਕਰ ਦਿੰਦੇ ਹੋ ਤਾਂ ਤੁਹਾਨੂੰ 2 ਬੋਨਸ ਪੁਆਇੰਟ ਮਿਲਦੇ ਆ ਜੀ। ਤੇ ਜਿਹੜਾ ਇਹਦਾ ਦਾਇਰਾ ਆ, ਜਿਹੜਾ ਕਿ ਤੁਸੀਂ ਉਦੋਂ ਵੀ ਗੱਲ ਕੀਤੀ ਸੀਗੀ ਕਿ ਜੇ ਆਪਾਂ ਇਸ ਟਾਈਮ ਗਰਾਊਂਡ ਦੀ ਗੱਲ ਕਰੀਏ ਤਾਂ ਦਾਇਰਾ ਕਿੰਨਾ ਹੁੰਦਾ ਆ? ਇਹਦਾ ਦਾਇਰਾ ਹੈ ਕਿ 13/10। ਅੱਛਾ ਜੀ। ਹਾਂ, 13/10 ਦਾ ਹੈਗਾ, 2 ਹਿੱਸਿਆਂ 'ਚ ਵੰਡੀ ਹੋਈ ਹੈ। ਰੇਡਰ ਜਿਹੜਾ ਆ, ਜੇ ਉਹ ਇਸ ਲਾਈਨ ਨੂੰ ਬਿਨਾਂ ਟੱਚ ਕੀਤੇ ਤੋਂ ਇੱਕ ਖਿਡਾਰੀ ਨੂੰ ਟੱਚ ਕਰਦਾ ਤਾਂ 1 ਪੁਆਇੰਟ। ਹਾਂ, ਇਹਦੇ 'ਚ ਇਹ ਹੈ ਜਦੋਂ ਰੇਡਰ ਰੇਡ ਪਾਉਂਦਾ ਹੈਗਾ, ਹਰ ਰੇਡਰ ਨੂੰ ਆਹ ਪਾਰ ਕਰਨੀ ਪੈਂਦੀ ਹੈ। ਅੱਛਾ ਜੀ। ਜੇ ਉਹ ਇੱਥੇ ਹੀ ਟੱਪ ਕੇ ਵਾਪਸ ਚਲੇ ਜਾਂਦਾ ਤੇ ਕਿਸੇ ਨੂੰ ਹੱਥ ਨਹੀਂ ਲਾਉਂਦਾ, ਉਹ ਆਊਟ ਹੈਗਾ। ਓਕੇ, ਇਹਨੂੰ ਕਹਿੰਦੇ ਆ ਬਕ ਲਾਈਨ, ਰਾਈਟ? ਠੀਕ ਹੈ ਜੀ। ਤੇ ਹੁਣ ਰੇਡਰ ਜਦੋਂ ਰੇਡ ਪਾਉਂਦਾ ਇੱਥੇ ਤੇ ਰੇਡ ਪਾਉਂਦਾ ਅਗਰ ਇੱਧਰ ਚਲ ਜਾਂਦਾ ਜੀ, ਉਹਨੂੰ ਕਹਿੰਦੇ ਬੋਨਸ। ਕਿ ਜੇ ਇਹਨਾਂ ਨੇ ਨਹੀਂ ਫੜਿਆ ਤਾਂ ਰੇਡਰ ਆਪਣੀ ਕੋਸ਼ਿਸ਼ ਕਰ ਰਿਹਾ, ਕੋਸ਼ਿਸ਼ ਕਰਦਾ ਇੱਥੋਂ ਐ ਪੁਆਇੰਟ ਲੈ ਜਾਂਦਾ ਤਾਂ ਉਹਨੂੰ ਕਹਿੰਦੇ ਬੋਨਸ ਪੁਆਇੰਟ। ਜਰਮਨੀ ਵਾਲਿਓ ਚੱਕੋ ਕੁਛ, ਪੁਆਇੰਟਾਂ ਦਾ ਕਾਫੀ ਫਰਕ ਪੈ ਗਿਆ। ਭਾਜੀ ਕਹਿੰਦਾ, ਭਾਜੀ ਮੇਰਾ ਖਿਆਲ ਹੈ ਵੀ ਜਿਹੜਾ ਹਾਫ ਸਮਾਂ ਹੋ ਗਿਆ ਆ, ਤੇ ਜਿਹੜੀ ਇਸ ਟਾਈਮ ਹਾਲੈਂਡ ਦੀ ਟੀਮ ਜਿਹੜੀ ਆ, ਜਿਹਦੇ ਵਿੱਚ ਆਪਾਂ ਦੇਖਿਆ ਕਿ ਸਾਰੇ ਹੀ ਗੋਰੇ ਨੇ ਤੇ ਸਾਡੇ ਤਾਂ ਇਹ ਹੱਡਾਂ ਦੇ ਵਿੱਚ ਰਚੀ ਹੋਈ ਗੇਮ ਆ, ਅਸੀਂ ਕਿਹੜੀ ਗੱਲੋਂ ਉਹਨਾਂ ਦੇ ਕੋਲੋਂ ਪਿਛੜ ਰਹੇ ਆ? ਫਿਜ਼ੀਕਲੀ ਫਿੱਟ ਆ, ਬਹੁਤ ਫਿੱਟ ਆ। ਇਹ ਰਗਬੀ ਵਾਲੇ ਮੁੰਡੇ ਮੈਨੂੰ ਪਤਾ, ਤੇ ਬਹੁਤ ਸਟਰੋਂਗ ਆ, ਬਹੁਤ ਤੇਜ਼ ਖੇਲਦੇ ਆ, ਤੇ ਭਾਵੇਂ ਉਹਨੂੰ ਟੈਕਨੀਕਲ ਨਹੀਂ ਹੈ ਤਾਂ ਜ਼ੋਰ ਨਾਲ ਖੇਲਦੇ ਆ ਉਹ। ਤੇ ਥੋੜਾ ਜਿਹਾ ਨੈਸ਼ਨਲ ਸਟਾਈਲ ਵਾਲੇ, ਪੰਜਾਬ ਸਟਾਈਲ ਵਾਲੇ ਥੋੜਾ ਜਿਹਾ ਐਕਸ਼ਨ ਵਰਤ ਰਹੇ ਅਸੀਂ। ਇਹ ਦੇਖੋ ਜੀ, ਇਹਨਾਂ ਨੇ ਕਿਹਾ ਸੀ ਕਿ ਉਹ ਹੋਲੈਂਡ ਖੇਡਦੇ ਨੇ ਗੋਰੇ, ਇਹ ਹੈਗਾ ਪੋਲੈਂਡ ਤੋਂ। Hello, hi. How are you? Where are you from? We are from Poland. We are practicing at least 3 months, especially for this tournament. Why you play kabaddi? Because it's really, the sport is really intense. We have a lot of experience playing American football, but there is a lot of in American football. There is a lot of breaks, and audience can do a lot of other stuff. But in kabaddi, everything is quick. We have only 30 seconds for raid and 5 seconds for another, so it's awesome for us. How did you come now to kabaddi? You are. I know kabaddi because a few years ago I met a special one person. He's standing next to us, and he introduced me to kabaddi, and this is why I'm here. ਬਿਲਕੁਲ ਜੀ, ਇਸ ਟਾਈਮ ਜਿਹੜਾ ਹਾਫ ਸਮਾਂ ਆ ਉਹ ਸਮਾਪਤ ਹੁੰਦਾ ਜਾ ਰਿਹਾ ਤੇ ਦੋਨੇ ਟੀਮਾਂ ਪੂਰੀ ਤਿਆਰੀ ਦੇ ਵਿੱਚ ਨੇ ਤੇ ਦੇਖਦੇ ਆ ਬਈ ਸੈਕੰਡ ਹਾਫ ਦੇ ਵਿੱਚ ਕੀ ਗੱਲ ਬਣਦੀ ਆ। ਅਸ਼ੋਕ ਜੀ, ਆਓ ਮੁੜ ਜੁੜਦੇ ਆ ਇਸ ਮੈਚ ਦੇ ਨਾਲ। ਕੋਰਟ ਨੰਬਰ 2, ਨਾਰਵੇ ਵਰਸਸ ਇੰਗਲੈਂਡ। ਕੋਰਟ ਨੰਬਰ 2, ਨਾਰਵੇ ਵਰਸਸ ਇੰਗਲੈਂਡ। Both the team report in the court number 2. ਤੇ ਬਿਲਕੁਲ ਇਸ ਟਾਈਮ ਚੱਲਦੇ ਮੁਕਾਬਲੇ ਦਾ 29 ਪੁਆਇੰਟ ਜਿਹੜੇ ਨੇ ਹਾਲੈਂਡ ਦੇ ਤੇ 14 ਪੁਆਇੰਟ ਜਰਮਨੀ ਦੇ, ਤੇ ਜਰਮਨੀ ਵਾਲਿਆਂ ਨੇ ਦੱਸਿਆ ਕਿ ਇਹ ਨੌਜਵਾਨ ਜਿਹੜੇ ਨੇ ਫਿਜ਼ੀਕਲੀ ਸਾਡੇ ਨਾਲੋਂ ਫਿੱਟ ਨੇ। ਮਿੱਤਰੋ, ਜਿਹੜੀਆਂ ਖੁਰਾਕਾਂ ਤੁਸੀਂ ਖਾਧੀਆਂ ਸ਼ਾਇਦ ਉਹ ਇਹਨਾਂ ਦੇ ਲਾਗੇ ਦੀ ਵੀ ਨਹੀਂ, ਕਿਉਂਕਿ ਘਿਓ ਮੱਖਣ ਨਾਲ ਦੀ ਰੀਸ ਨਹੀਂ ਹੈਗੀ। ਸ਼ਾਇਦ ਕਿਤੇ ਨਾ ਕਿਤੇ ਪ੍ਰੈਕਟਿਸ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕਿਸੇ ਵੀ ਗੇਮ ਦੇ ਵਿੱਚ। ਇਸ ਟਾਈਮ ਮੁੜ ਮੁਕਾਬਲੇ ਵੱਲ ਜੋੜਦੇ ਹੋਏ ਤੇ ਇਸ ਟਾਈਮ ਦੇਖਿਆ ਕਿ ਰੇਡਰ ਨੇ ਜਿਹੜੀ ਉਹ ਲਾਈਨ ਆ ਬੋਨਸ ਪੁਆਇੰਟ ਵਾਲੀ ਉਹ ਜ਼ਰੂਰ ਟੱਚ ਕਰ ਦਿੱਤੀ ਆ, ਤੇ ਜੇ ਇਹ ਕਿਸੇ ਵੀ ਖਿਡਾਰੀ ਨੂੰ ਟੱਚ ਕਰਕੇ ਮੁੜਦਾ ਜਾਂ ਕਿੱਦਾਂ ਵੀ ਆ ਤੇ ਇਸ ਟਾਈਮ ਇਸੇ ਦੇ ਨਾਲ ਅਗਲੀ ਜਿਹੜੀ ਰੇਡ ਆ ਜਰਮਨ ਵੱਲੋਂ ਪਾਈ ਗਈ ਆ। ਤੇ ਬਿਲਕੁਲ ਉਸ ਨੌਜਵਾਨ ਦੇ ਵੱਲੋਂ ਕੋਸ਼ਿਸ਼ ਰਹੇਗੀ ਕਿ ਇਸ ਹਾਫ ਦੇ ਵਿੱਚ ਕੁਛ ਨਾ ਕੁਛ ਵੱਖਰਾ ਕੀਤਾ ਜਾਵੇ, ਕਿਉਂਕਿ ਜ਼ਰੂਰੀ ਆ ਇਹ ਮੈਚ ਉਹਨਾਂ ਦੇ ਲਈ ਵੀ ਜਿੱਤਣਾ ਜਿੰਨਾ ਜ਼ਰੂਰੀ ਆ ਹਾਲੈਂਡ ਦੀ ਟੀਮ ਲਈ। ਅਸ਼ੋਕ ਜੀ ਹੁਣਾਂ ਨੇ ਬਹੁਤ ਵਧੀਆ ਇਨਫੋਰਮੇਸ਼ਨ ਵੀ ਦਿੱਤੀ ਆ ਤੇ ਨਾਲ ਦੀ ਨਾਲ ਇਸ ਟਾਈਮ ਅਸੀਂ ਦੇਖਿਆ ਕਿ ਇਸ ਟਾਈਮ ਫੇਰ ਦੁਬਾਰਾ ਜਰਮਨ ਦੀ ਟੀਮ ਦਾ ਜਿਹੜਾ ਖਿਡਾਰੀ ਸੀਗਾ ਉਹ ਵਾਪਸੀ ਨਹੀਂ ਕਰ ਸਕਿਆ 5 ਨੰਬਰ ਜਰਸੀ ਦੇ ਵਿੱਚੋਂ। ਤੇ ਪਰ ਕੋਈ ਗੱਲ ਨਹੀਂ ਮਿੱਤਰਾ, ਸਮਾਂ ਹਜੇ ਵੀ ਆਪਣੇ ਕੋਲ ਹੈਗਾ ਆ ਵਾਪਸੀ ਕਰਨ ਦਾ। ਤੇ ਕੋਚ ਸਾਹਿਬਾਨ ਸਾਰੇ ਜਿਹੜੇ ਬੈਠੇ ਦੇਖਦੇ ਆ ਤੇ ਅਗਲਾ ਜਿਹੜਾ ਮੁਕਾਬਲਾ ਦੱਸੇ ਦਿੱਤਾ ਕਿ ਇੰਗਲੈਂਡ ਦਾ ਹੋਵੇਗਾ। ਇੰਗਲੈਂਡ ਦੇ ਜਿਹੜੇ ਬੱਚੇ ਨੇ, ਪਲੇਅਰ ਨੇ, ਉਹ ਕੀ ਕਮਾਲ ਕਰਨਗੇ ਇਹਦਾ ਦੇਖਣ ਵਾਲੀ ਗੱਲ ਰਹੇਗੀ। ਤੇ ਇਸ ਮੇਰਾ ਖਿਆਲ ਆ ਬਈ ਜਿਹੜਾ ਆ ਰੈਫਰੀ ਦੇਖੋ, ਬੇਸ਼ੱਕ ਉਹਨੇ ਸਿਰਫ ਫੜਨ ਦੀ ਟਰਾਈ ਕੀਤੀ ਸੀਗੀ, ਪਰ ਉਹਦੇ ਕੋਲੋਂ ਅਚਾਨਚੱਕ ਉਸ ਨੌਜਵਾਨ ਦੇ ਜਿਹੜੀ ਚਪੇੜ ਲੱਗੀ ਸੀਗੀ ਲੱਤ ਦੇ ਉੱਤੇ, ਸੋ ਉਸੇ ਦੇ ਨਾਲ ਹੀ ਉਹਨੂੰ ਪਹਿਲੀ ਜਿਹੜੀ ਵਾਰਨਿੰਗ ਆ ਉਹ ਦੇ ਦਿੱਤੀ ਗਈ ਆ। 8 ਨੰਬਰ ਨੂੰ ਗ੍ਰੀਨ ਕਾਰਡ ਦਿੱਤਾ ਗਿਆ ਆ। ਇਹਦਾ ਕੀ ਇਹਦਾ ਲੈਣਾ ਦੇਣਾ ਆ ਇਹ ਆਪਾਂ ਜ਼ਰੂਰ ਪਤਾ ਕਰਾਂਗੇ ਅਸ਼ੋਕ ਜੀ ਦੇ ਕੋਲੋਂ, ਕਿਉਂਕਿ ਵਾਰਨਿੰਗਸ ਮਿਲਦੀਆਂ ਨੇ ਇਸ ਗੇਮ ਦੇ ਵਿੱਚ। ਤੇ ਇਸ ਟਾਈਮ ਜਿਹੜੇ 2 ਪੁਆਇੰਟ ਇਸ ਟਾਈਮ
ਜਰਮਨ ਦੇ ਨੌਜਵਾਨ ਨੇ ਇਸ 2 ਨੰਬਰ ਜਰਸੀ ਦੇ ਵਿੱਚੋਂ ਬਹੁਤ ਵਧੀਆ ਮੇਰਾ ਖਿਆਲ ਵੀ ਕਮਬੈਕ ਕਰ ਰਹੀ ਹੈ ਟੀਮ। ਇਸ ਟਾਈਮ ਸਾਰੀ ਟੀਮ ਮੁੜ ਕੇ ਦੁਬਾਰਾ ਗਰਾਊਂਡ ਦੇ ਵਿੱਚ ਇਸ ਮੁਕਾਬਲੇ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਇਸ ਸਮੇਂ ਦੇ ਉੱਤੇ 10 ਨੰਬਰ ਜਰਸੀ ਦੇ ਵਿੱਚ ਹਾਲੈਂਡ ਦਾ ਇਹ ਪਲੇਅਰ ਕੋਸ਼ਿਸ਼ ਕਰ ਰਿਹਾ ਕਿ ਕੁਛ ਨਾ ਕੁਛ ਵੱਖਰਾ ਕੀਤਾ ਜਾਵੇ, ਕਿਉਂਕਿ ਉਹ ਇਸ ਲੀਡ ਨੂੰ ਬਣਾਈ ਰੱਖਣਾ ਚਾਹੁੰਦਾ ਆ ਤੇ ਪਰ ਇਸ ਟਾਈਮ ਇਕੱਲੇ ਨਾਲ ਮੁਕਾਬਲਾ ਤੇ ਜਿਹੜਾ ਪੁਆਇੰਟ ਆ ਇਸ ਟਾਈਮ ਹਾਲੈਂਡ ਦਾ ਇੱਕ ਹੋਰ ਵਾਧਾ ਹੁੰਦਾ ਹੋਇਆ। ਤੇ ਮੇਰਾ ਖਿਆਲ ਆ ਵੀ ਇਸ ਟਾਈਮ ਜਿਹੜਾ ਜਰਮਨ ਦੇ ਲਈ 1 ਪੁਆਇੰਟ ਦਾ ਜਿਹੜਾ ਹੋਰ ਵਾਧਾ ਹੁੰਦਾ ਹੋਇਆ ਤੇ ਸ਼ਾਇਦ ਸੰਧੂ ਨੇ ਮਾਰੀ ਪੱਟ ਤੇ ਥਾਪੀ, ਕਹਿੰਦਾ ਕਿਹੜੀ ਗੱਲ ਆ। ਤੇ ਇਸ ਟਾਈਮ ਜਿਹੜਾ ਆ ਮੁੜ ਕੇ ਮੁਕਾਬਲੇ ਦੇ ਵਿੱਚ ਬਹੁਤ ਵਧੀਆ ਵਾਪਸੀ ਕਰ ਰਹੀ 16 ਤੇ 33 ਤੇ ਅੱਧੋ ਅੱਧੀ ਦਾ ਇਹ ਮੁਕਾਬਲਾ ਜਿਹੜਾ ਆ ਅੱਧੋ ਅੱਧੀ ਦੇ ਪੁਆਇੰਟਾਂ ਦਾ ਫਰਕ ਚੱਲਦਾ ਹੋਇਆ ਅਸੀਂ ਦੇਖ ਸਕਦੇ ਹਾਂ। ਤੇ ਜਿੱਥੇ ਕਿਤੇ ਵੀ ਤੁਸੀਂ ਸੋਸ਼ਲ ਮੀਡੀਆ ਤੇ KTV ਦੇ ਨਾਲ ਜੁੜੇ ਹੋਏ ਹੋ ਤੁਹਾਡਾ ਸਾਰਿਆਂ ਦਾ ਮੁੜ ਕੇ ਦੁਬਾਰਾ ਸਵਾਗਤ ਕਰਦੇ ਹਾਂ ਤੇ ਦੱਸ ਜਾਂਦੇ ਕਿ ਇਸ ਟਾਈਮ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਚੱਲਦੀ ਹੋਈ ਜਿਹਦੇ ਵਿੱਚ ਅਗਲਾ ਮੁਕਾਬਲਾ ਵੀ ਦੇਖਣ ਵਾਲਾ ਹੋਵੇਗਾ, ਕਿਉਂਕਿ ਇੰਗਲੈਂਡ ਨੂੰ ਵੀ ਪੂਰੀ ਸਪੋਰਟ ਆ। ਇੰਗਲੈਂਡ ਤੋਂ ਵੀ ਬਹੁਤ ਦੂਰੋਂ ਚੱਲ ਕੇ ਪਹੁੰਚੇ ਹੋਏ ਆ ਤੇ ਸਾਡੇ ਬਾਸੀ ਭਾਜੀ ਹੁਣੀ ਬਾਰਕਿੰਗ ਤੋਂ ਟੀਮ ਲੈ ਕੇ ਪਹੁੰਚੇ ਆ ਤੇ ਨਾਲ ਦੀ ਨਾਲ ਅਸ਼ੋਕ ਭਾਜੀ ਹੁਣਾਂ ਦੀ ਵੀ ਸਪੋਰਟ ਰਹੇਗੀ ਕਿ ਇਸ ਟਾਈਮ ਅਸੀਂ ਦੇਖਿਆ ਕਿ ਮੇਰਾ ਖਿਆਲ ਵੀ ਸਾਰਾ ਟੱਬਰ ਹੀ ਪੈ ਗਿਆ, ਕਿਉਂਕਿ ਇਸ ਗੇਮ ਇਹੀ ਇੱਕ ਗੇਮ ਹੈ ਜਿਹਦੇ ਵਿੱਚ ਕਬੱਡੀ ਦੇ ਵਿੱਚ ਸਾਰਾ ਟੱਬਰ ਪੈ ਸਕਦਾ ਤੇ ਇਸ ਸਮੇਂ ਇਹ ਜਿਹੜਾ 1 ਨੰਬਰ ਜਰਸੀ ਦਾ ਨੌਜਵਾਨ ਸੀਗਾ ਵਾਪਸੀ ਨਹੀਂ ਕਰ ਸਕਿਆ ਤੇ ਪੁਆਇੰਟ ਜਿਹੜਾ ਆ 34 ਪੁਆਇੰਟ ਤੇ 16 ਪੁਆਇੰਟ ਜਿਹੜੇ ਨੇ ਇਸ ਸਮੇਂ ਦੇ ਉੱਤੇ ਜਰਮਨੀ ਦੀ ਟੀਮ ਇਸ ਟਾਈਮ ਕਿਸੇ ਵੀ ਪਾਸਿਓਂ ਕੋਈ ਵੀ ਕਮਬੈਕ ਕਰਦੀ ਨਜ਼ਰ ਨਹੀਂ ਆ ਰਹੀ ਤੇ ਇਸ ਟਾਈਮ 1 ਪੁਆਇੰਟ ਜਿਹੜਾ ਆ ਹੋਰ ਹਾਲੈਂਡ ਦੇ ਹੱਕ ਦੇ ਵਿੱਚ ਜੁੜਦਾ ਹੋਇਆ। ਬਿਲਕੁਲ ਇਸ ਟਾਈਮ ਅਸ਼ੋਕ ਜੀ ਮੁੜ ਸਾਡੇ ਨਾਲ ਦੁਬਾਰਾ ਜੁੜੇ ਨੇ, ਕਿਉਂਕਿ ਜ਼ਿੰਮੇਵਾਰੀਆਂ ਭਾਜੀ ਉਹਨਾਂ ਦੇ ਸਿਰ ਤੇ ਕਾਫੀ ਨੇ। ਟੀਮਾਂ ਨੂੰ ਵੀ ਲਿਆ ਕੇ ਰੱਖਣਾ ਪੈਂਦਾ ਪਹਿਲਾਂ ਮੈਦਾਨ ਦੇ ਵਿੱਚ, ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਅੱਜ ਤਕਾਲਾ ਨੂੰ 9:30 ਵਜੇ ਤੋਂ ਬਾਅਦ ਫਾਈਨਲ ਹੋਵੇਗਾ ਜਾਂ ਕੱਲ੍ਹ ਨੂੰ 9:30 ਤੋਂ 12। ਇਹ ਜੇ 5 ਵਜੇ ਦੀ ਗੱਲ ਹੋਈ ਆ ਤੇ 5 ਵਜੇ ਹੀ। ਅਸ਼ੋਕ ਜੀ ਤੁਹਾਡੇ ਜਾਣ ਤੋਂ ਬਾਅਦ 8 ਨੰਬਰ ਜਰਸੀ ਦੇ ਨੌਜਵਾਨ ਨੂੰ ਗ੍ਰੀਨ ਕਾਰਡ ਦਿੱਤਾ ਗਿਆ ਕਿਉਂਕਿ ਉਹਦੇ ਕੋਲੋਂ ਫਾਉਲ ਖੇਡਿਆ ਗਿਆ, ਸੋ ਉਹਦਾ ਕੀ ਆ ਮਤਲਬ? ਇਹਦੇ 'ਚ ਹੈਗਾ ਜੇ ਤੁਸੀਂ ਰੋਂਗ ਟੈਕਲ ਕਰਦੇ ਹੋ ਜਿਹੜਾ ਕਿ ਰੂਲ ਦੇ ਵਿੱਚ ਨਹੀਂ ਹੈ, ਜੇ ਰੋਂਗ ਟੈਕਲ ਕਰਦੇ ਹੋ ਤਾਂ ਤੁਹਾਨੂੰ ਉਹ ਗ੍ਰੀਨ ਕਾਰਡ ਦਿੰਦੇ ਨੇ। ਅਗਰ ਤੁਸੀਂ ਫਿਰ ਦੁਬਾਰਾ ਕਰਦੇ ਹੋ ਤਾਂ ਤੁਹਾਨੂੰ ਉਹਨਾਂ ਨੇ ਯੈਲੋ ਕਾਰਡ ਦੇਣਾ। ਤੀਸਰੀ ਵਾਰੀ ਉਹਨਾਂ ਤੁਹਾਨੂੰ ਰੈੱਡ ਕਾਰਡ ਦਿਖਾ ਕੇ ਬਾਹਰ ਕੱਢ ਦੇਣਾ ਲਾਈਕ ਫੁੱਟਬਾਲ। ਤੇ ਜਿਹੜਾ ਉਹ ਰੈੱਡ ਕਾਰਡ ਮਿਲਦਾ ਹੈ ਉਹ ਸਿਰਫ ਮੈਚ ਲਈ ਮਿਲਦਾ ਜਾਂ ਟੂਰਨਾਮੈਂਟ ਲਈ ਦਿੱਤਾ ਜਾਂਦਾ? ਨਾ, ਉਹ ਇਸ ਮੈਚ ਵਾਸਤੇ ਆ, ਅਗਲੇ ਮੈਚ ਉਹਨੂੰ ਵਾਰਨਿੰਗ ਮਿਲੇਗੀ ਜੇ ਫੇਰ ਕਰੇਗਾ ਫਿਰ ਟੂਰਨਾਮੈਂਟ 'ਚੋਂ ਬਾਹਰ। ਸੋ ਆਹ ਡਿਸਿਪਲਿਨ, ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਿਸੇ ਵੀ ਗੇਮ ਦੇ ਵਿੱਚ। ਇਸੇ ਤਰ੍ਹਾਂ ਤੇ ਜਿਹੜੇ ਸਰਕਲ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਾਹਤੇ ਨਹੀਂ ਹਜੇ ਤੱਕ ਆ ਪਾਈਆਂ, ਕੀ ਕਾਰਨ ਰਹੇ ਉਹਦੇ? ਇੱਦਾਂ ਕਿ ਜਿੱਦਾਂ ਮੈਂ ਅੱਗੇ ਵੀ ਕਿਹਾ ਸੀ ਆਪਣੀ ਦੋਨਾਂ ਦੀ ਇੰਟਰਵਿਊ ਦੇ ਵਿੱਚ, ਜਦੋਂ ਆਪਾਂ ਇੰਗਲੈਂਡ ਦੇ ਵਿੱਚ ਆਏ ਹਾਂ, ਇੰਗਲੈਂਡ ਦੇ ਵਿੱਚ ਆ ਕੇ ਆਪਾਂ ਸਾਰੇ ਜਣੇ ਗੱਡੀ ਚਲਾਉਂਦੇ ਪਰ ਆਪਣੀ ਮਨ ਮਰਜ਼ੀ ਵਾਂਗੂ ਗੱਡੀ ਤਾਂ ਨਹੀਂ ਚਲਾਉਂਦੇ ਜਿੱਦਾਂ ਖੇਤਾਂ 'ਚ ਚਲਾਉਂਦੇ ਸੀ। ਜਿੱਥੇ ਰੈੱਡ ਲਾਈਟ ਆਈ ਉੱਥੇ ਰੁਕਦੇ ਆ, ਪਤਾ ਫਾਈਨ ਹੋ ਜਾਣਾ ਕਿਉਂਕਿ ਰੂਲ ਮੰਨਦੇ ਆ। ਇੱਦਾਂ ਹੀ ਕਿਸੇ ਵੀ ਗੇਮ 'ਚ, ਕਿਸੇ ਵੀ ਸੁਸਾਇਟੀ 'ਚ, ਕਿਸੇ ਧਰਮ 'ਚ ਅਗਰ ਰੂਲ ਰੈਗੂਲੇਸ਼ਨ ਨਹੀਂ ਹੈਗੇ, ਉਹਨਾਂ ਨੂੰ ਫਾਲੋ ਕਰਨ ਵਾਲੇ ਨਹੀਂ ਹੈਗੇ, ਤੁਸੀਂ ਪ੍ਰੋਫੈਸ਼ਨਲਿਜ਼ਮ 'ਚ ਨਹੀਂ ਪਹੁੰਚ ਸਕਦੇ। ਅੱਜ ਇਹ ਗੇਮ ਜੇ ਏਸ਼ੀਆ 'ਚ ਖੇਡੀ ਜਾਂਦੀ ਹੈ ਤਾਂ ਵਰਲਡ 'ਚ ਖੇਡੀ ਜਾਂਦੀ ਹੈ ਕਿਉਂਕਿ ਇਹਨੂੰ ਮੰਨਣ ਵਾਲੇ ਨੇ। ਤੁਸੀਂ ਦੇਖਿਆ ਇਹਦੇ ਵਿੱਚ ਕੋਈ ਪਾਣੀ ਪਿਆਉਣ ਵਾਲਾ ਹੈਗਾ ਅੰਦਰ, ਕੋਈ ਤੋਲੀਆ ਫੜ ਕੇ ਅੰਦਰ ਜਾਣ ਵਾਲਾ, ਬਾਹਰੋਂ ਕੋਚਿੰਗ ਦੇ ਰਿਹਾ ਕੋਈ ਕੋਚਿੰਗ ਨਹੀਂ ਦੇ ਸਕਦਾ। ਤੁਸੀਂ ਟਾਈਮ ਆਊਟ ਲੈ ਕੇ ਬਾਹਰ ਕੋਚਿੰਗ ਦੇ ਸਕਦੇ ਹੋ ਆਪਣੇ, ਉਹ ਵੀ 2 ਸੈਕਿੰਡ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਬੋਲ ਨਹੀਂ ਸਕਦੇ। ਇੱਥੇ ਤੁਹਾਡੇ ਕੋਚ ਨੂੰ ਵੀ ਕਾਰਡ ਦੇ ਦਿੰਦੇ ਆ, ਉਹ ਮੈਨੇਜਰ ਨੂੰ ਵੀ ਕਾਰਡ ਮਿਲਦਾ, ਉਹਨੂੰ ਵੀ ਬਾਹਰ ਬਿਠਾਇਆ ਜਾਂਦਾ। ਉਹਨੂੰ ਰਾਸ਼ਨ ਕਾਰਡ ਦਿਓ ਤਾਂ ਚੰਗੀ ਗੱਲ ਹੈ ਕਿਉਂਕਿ ਰਾਸ਼ਨ ਕਾਰਡ ਦੀ ਬਹੁਤ ਜ਼ਰੂਰੀ। ਤੇ ਇਸ ਟਾਈਮ ਬਿਲਕੁਲ ਸਾਡੇ ਨਾਲ ਬਾਸੀ ਭਾਜੀ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ। ਜਿੱਦਾਂ ਗੱਲ ਤੁਹਾਨੂੰ ਵੀ ਬੜੀ ਦੂਰੋਂ ਆਏ ਸਾਰੇ ਆਪਾਂ। ਮੈਂ ਕਿਹਾ ਮੈਂ ਤੁਹਾਨੂੰ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਕਿ ਇੰਗਲੈਂਡ ਦੇ ਇੱਕ ਕੋਨੇ 'ਚੋਂ ਉੱਠ ਕੇ ਅੱਜ ਦੂਸਰੇ ਕੋਨੇ ਦੇ ਵਿੱਚ ਤੁਸੀਂ ਸਕਾਟਲੈਂਡ ਦੇ ਵਿੱਚ ਗਲਾਸਗੋ ਦੇ ਵਿੱਚ ਪਹੁੰਚੇ ਹੋ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਜੀ। ਮੈਂ ਤੁਹਾਡੀ ਗੱਲ ਕੱਟਦਾ, ਮੈਂ ਇਹ ਦੱਸਣਾ ਚਾਹੁੰਦਾ ਹੋ ਰਿਹਾ ਇਹਨਾਂ ਨੂੰ 2004 ਦੇ ਵਿੱਚ 2004 'ਚ ਇਹਨਾਂ ਨੇ ਪਹਿਲਾ ਵਰਲਡ ਕੱਪ ਖੇਡਿਆ ਸੀ। ਅੱਜ ਇਹਨਾਂ ਦੇ ਬੱਚੇ ਤੇ ਇਹਨਾਂ ਦੇ ਭਤੀਜੇ ਖੇਡਦੇ ਇੰਗਲੈਂਡ ਵਾਸਤੇ।
ਕਿਆ ਬਾਤ ਹੈ, ਕੰਗ੍ਰੈਚੁਲੇਸ਼ਨਸ ਭਾਜੀ। ਸੋ ਆਪਾਂ ਜਿਹੜਾ ਅਗਲਾ ਮੁਕਾਬਲਾ ਆ ਬਿਲਕੁਲ ਇੰਗਲੈਂਡ ਦਾ ਹੋਣ ਜਾ ਰਿਹਾ। ਕਿੰਨੀਆਂ ਕਿ ਤਿਆਰੀਆਂ, ਕਿਉਂਕਿ ਪਹਿਲਾ ਮੈਚ ਜਿਹੜਾ ਆ ਇੰਗਲੈਂਡ ਹਾਰ ਚੁੱਕੀ। ਬੇਸ਼ੱਕ ਇਹਨੂੰ ਹਾਰ ਨਹੀਂ, ਕਿਉਂਕਿ ਇੱਕ ਇਹਨੂੰ ਕੰਪੀਟੀਸ਼ਨ ਨਹੀਂ, ਇੱਕ ਸਿਖਲਾਈ ਦੇ ਤੌਰ ਕੈਂਪ ਦੇ ਤੌਰ ਤੇ ਵੀ ਆਪਾਂ ਲੈ ਸਕਦੇ ਹਾਂ, ਕਿਉਂਕਿ ਬੱਚੇ ਪਹਿਲੀ ਵਾਰੀ ਖੇਡ ਰਹੇ ਨੇ। ਜਰਮਨੀ ਦੀ ਟੀਮ ਦੇ ਵਿੱਚ ਸਾਰੇ ਹੀ ਆਪਣੇ ਜਿਹੜੇ ਕਿ ਪੰਜਾਬੀ ਬਲੱਡ ਕਹਿ ਸਕਦੇ ਹਾਂ, ਕਿ ਪੰਜਾਬ ਦੇ ਨਾਲ ਸੰਬੰਧਿਤ ਨੌਜਵਾਨ ਨੇ ਜਿਨ੍ਹਾਂ ਦੇ ਹੱਡਾਂ ਦੇ ਵਿੱਚ ਗੇਮ ਆ ਇਹ, ਪਰ ਉਹ ਕਾਫੀ ਪਛੜ ਰਹੇ ਨੇ ਹਾਲੈਂਡ ਦੀ ਟੀਮ ਦੇ ਕੋਲੋਂ। ਕੀ ਕਾਰਨ ਲੱਗਦਾ ਤੁਹਾਨੂੰ? ਭਾਜੀ ਆਪਣੀ ਇਹ ਮਾਂ ਖੇਡ ਕਬੱਡੀ ਜਦੋਂ ਆਪਾਂ ਕਹਿ ਸਕਦੇ ਪੰਜਾਬੀਆਂ ਦੀ ਆ, ਜਿੱਦਾਂ ਗੋਰਿਆਂ ਦੀ ਸੀਗੀ ਫੁੱਟਬਾਲ। ਪਰ ਜਿਹਦੀ ਮਰਜ਼ੀ ਗੇਮ ਹੋਵੇ, ਜਿਹੜਾ ਪ੍ਰੈਕਟਿਸ ਕਰੂਗਾ ਗੇਮ ਉੱਕੋ ਚੱਲ ਜਾਣੀ ਆ। ਤੇ ਤੁਹਾਡੇ ਸਾਹਮਣੇ ਆ ਗੋਰੇ ਆ ਆਪਣੇ ਯੂਰਪ ਦੇ ਖੇਡ ਰਹੇ ਆ, ਤੇ ਕਿੰਨੇ ਵਧੀਆ ਖੇਡ ਰਹੇ ਆ, ਕਿੰਨੀ ਪ੍ਰੈਕਟਿਸ ਇਹਨਾਂ ਦੀ। ਨੈਦਰਲੈਂਡ ਦੀ ਟੀਮ ਆ, ਕੋਈ ਆਪਣਾ ਪੰਜਾਬੀ ਵੀਰ ਨਹੀਂ ਇਹਦੇ ਵਿੱਚ, ਕੋਈ ਦੇਸੀ ਵੀਰ ਨਹੀਂ ਇਹਦੇ ਵਿੱਚ, ਸਾਰੇ ਉਸ ਮੁਲਕ ਦੇ ਰਹਿਣ ਵਾਲੇ ਬੰਦੇ ਆ। ਤੇ ਜਿੱਦਾਂ ਗੋਰੇ ਕਹਿੰਦੇ ਪ੍ਰੈਕਟਿਸ ਮੇਕਸ ਪਰਫੈਕਟ। ਹੁਣ ਆ ਸਾਡੇ ਪੰਜਾਬੀ ਵੀਰ ਇੱਧਰ ਪਾਸੇ ਆ, ਪ੍ਰੈਕਟਿਸ ਤਾਂ ਇਹਨਾਂ ਨੂੰ ਜ਼ਰੂਰ ਬਹੁਤ ਹੋਊਗੀ, ਪਰ ਸ਼ਾਇਦ ਕੀ ਪਤਾ ਕੰਮ ਜਦੋਂ ਕੋਲ ਜ਼ਿਆਦਾ ਕਰਦੇ ਹੋਊਗੀ ਤੇ ਪ੍ਰੈਕਟਿਸ ਵੱਲ ਧਿਆਨ ਘੱਟ ਹੋਊਗਾ। ਤੇ ਤੁਹਾਡੇ ਸਾਹਮਣੇ ਆ, ਕੋਈ ਵੀ ਗੇਮ ਖੇਡਣੀ ਆ, ਯੂ ਨੀਡ ਪ੍ਰੈਕਟਿਸ ਐਂਡ ਟ੍ਰੇਨਿੰਗ। ਵਿਦਆਊਟ ਪ੍ਰੈਕਟਿਸ ਐਂਡ ਟ੍ਰੇਨਿੰਗ, ਭਾਵੇਂ ਤੁਸੀਂ ਪੰਜਾਬੀ ਹੋ ਜੋ ਮਰਜ਼ੀ ਹੋ, ਇਹ ਗੇਮ ਕਿਸੇ ਦੀ ਸਕੇ ਦੀ ਨਹੀਂ, ਘਰ ਦੀ ਗੇਮ ਨਹੀਂ। ਕੋਈ ਵੀ ਗੇਮਾਂ ਆ ਇਹ ਖੇਲੇ ਤੇ ਪਤਾ ਲੱਗਦਾ, ਤੇ ਮਿਹਨਤ ਕਰਨੀ ਬਹੁਤ ਜ਼ਰੂਰੀ ਆ। ਗੁੱਡ ਡਾਇਟ ਐਂਡ ਗੁੱਡ ਟ੍ਰੇਨਿੰਗ। ਤੇ ਜੇ ਆਪਾਂ ਗੱਲ ਕਰੀਏ ਬਾਰਕਿੰਗ ਦੇ ਵਿੱਚ, ਈਸਟ ਮਿਡਲੈਂਡ ਦੇ ਵਿੱਚ ਤੁਸੀਂ ਬੱਚਿਆਂ ਨੂੰ ਸਿਖਲਾਈ ਦਿੰਦੇ ਹੋ, ਬੱਚੇ ਤਿਆਰ ਕਰਦੇ ਹੋ, ਕਬੱਡੀ ਦੇ ਨਾਲ ਜੋੜਦੇ ਹੋ। ਅਸੀਂ ਦੇਖਿਆ ਕਿ ਜਦੋਂ ਆਪਣੇ ਸਰਕਲ ਸਟਾਈਲ ਇੰਗਲੈਂਡ ਦੇ ਵਿੱਚ ਕੱਪ ਹੁੰਦਾ ਸੀਗਾ, ਤਾਂ ਤੁਸੀਂ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚਦੇ ਸੀਗੇ। ਕੀ ਕਾਰਨ ਰਿਹਾ ਭਾਜੀ ਕਿ ਅਸੀਂ 50-55 ਸਾਲ ਇਸ ਟਾਈਮ ਇੰਗਲੈਂਡ ਦੇ ਵਿੱਚ ਕਬੱਡੀ ਨੂੰ ਹੋ ਗਏ, ਪਰ ਬੱਚਿਆਂ ਨੂੰ ਇੱਥੇ ਜੋੜਨ ਦੇ ਵਿੱਚ ਨਾ ਕਾਮਯਾਬ ਆ? ਭਾਜੀ ਇਹ ਆਪਣਾ ਤਾਂ ਪੂਰਾ ਜੋ ਲੱਗਾ, ਜਦੋਂ ਤੁਹਾਨੂੰ ਪਤਾ ਹੀ ਹੁਣ 10 ਸਾਲ ਹੋਏ ਕਲੱਬ ਚੱਲਦੇ ਨੂੰ। ਤੇ ਜੇ ਆਪਾਂ ਜਿੰਨੇ ਵੀ ਆਪਣੇ ਪ੍ਰਮੋਟਰ ਆ, ਸਪਾਂਸਰ, ਬਹੁਤ ਜ਼ਿਆਦਾ ਟਾਈਮ ਲਾਉਂਦੇ, ਬਹੁਤ ਜ਼ਿਆਦਾ ਪੈਸਾ ਲਾਉਂਦੇ, ਬਹੁਤ ਵਧੀਆ ਕੰਮ ਕਰ ਰਹੇ ਆ, ਪਰ ਇੱਧਰ ਨੂੰ ਧਿਆਨ ਦੇਣਾ ਪੈਣਾ ਗਰਾਸ ਰੂਟਸ ਤੇ। ਇੱਧਰਲੇ ਬੱਚਿਆਂ ਨੂੰ, ਬ੍ਰਿਟਿਸ਼ ਬੋਰਨ ਬੱਚਿਆਂ ਨੂੰ, ਜਿੱਦਾਂ ਤੁਸੀਂ ਹੁਣ ਤੁਹਾਡੇ ਸਾਹਮਣੇ ਹੀ ਆ, ਗੋਰੇ ਨੈਦਰਲੈਂਡ ਦੇ ਆ, ਕੋਈ ਕਿਸੇ ਮੁਲਕ ਦਾ ਆਇਆ, ਇਹ ਕਬੱਡੀ ਸਿੱਖ ਲਈ ਨਹੀਂ ਆਪਾਂ ਨੂੰ ਓਵਰਟੇਕ ਕਰ ਲਿਆ। ਗੁੱਡ ਲੱਕ ਟੂ ਦੈਮ। ਆਪਾਂ ਇਹਨਾਂ ਤੋਂ ਸਿੱਖੀਏ। ਜੇ ਆਪਾਂ ਆਪਣੇ ਬੱਚਿਆਂ ਨੂੰ ਇੱਧਰ ਨੂੰ ਤੋਰੂਗੇ, ਟ੍ਰੇਨਿੰਗ ਦਊਂਗੇ, ਤਾਂ ਹੀ ਗੱਲ ਬਣਨੀ ਆ। ਹੁਣ ਅੱਜ ਮੈਂ ਟੀਮ ਲੈ ਕੇ ਆਇਆ, ਚਲੋ ਟੀਮ ਤਾਂ ਲੈ ਕੇ ਆਇਆ, ਪਰ ਮੁੰਡਿਆਂ ਨੂੰ ਬਿਲਕੁਲ ਕੋਈ ਐਕਸਪੀਰੀਅੰਸ ਨਹੀਂ ਨੈਸ਼ਨਲ ਸਟਾਈਲ ਕਬੱਡੀ ਦਾ। ਇਹ ਜਿੱਦਾਂ ਕੋਲ ਆਪਣੀ ਸਰਕਲ ਸਟਾਈਲ ਤਾਂ ਜ਼ਰੂਰ ਥੋੜ੍ਹੀ ਬਹੁਤੀ ਖੇਡਦੇ ਆ, ਉੱਥੇ ਆਪਾਂ ਪ੍ਰੈਕਟਿਸ ਕਰਦੇ ਆ, ਪਰ ਆ 2 ਵੀਕਾਂ ਤੁਹਾਨੂੰ ਪਤਾ ਕਿੰਨਾ ਕੁ ਬੰਦੇ ਨੂੰ ਸਿੱਖਣਾ। ਪਰ ਫੇਰ ਵੀ ਇਸ ਸਟਾਪ ਫੋਰ ਨੈਕਸਟ ਈਅਰ, ਆਪਾਂ ਨੈਕਸਟ ਈਅਰ ਦੀ ਤਿਆਰੀ ਲਈ ਅੱਜ ਆਏ ਆ। Do or die raid। ਪ੍ਰੈਕਟਿਸ ਕਰਨ ਬਿਲਕੁਲ, ਕਿਉਂਕਿ ਇਸ ਮੈਂ ਕਿਹਾ ਯੂਰਪੀਅਨ ਚੈਂਪੀਅਨਸ਼ਿਪ ਤੋਂ ਬਾਅਦ ਵਰਲਡ ਜਿਹੜਾ ਕੱਪ ਵੀ ਹੋਵੇਗਾ, ਕਿਉਂਕਿ ਭਾਜੀ ਹੁਣਾਂ ਨੇ ਦੱਸਿਆ, ਸ਼ੋਕ ਜੀ ਹੁਣਾਂ ਨੇ, ਕਿ 2 ਸਾਲ ਬਾਅਦ ਯੂਰਪੀਅਨ ਚੈਂਪੀਅਨਸ਼ਿਪ ਤੇ 2 ਸਾਲ ਬਾਅਦ ਜਿਹੜਾ ਕੱਪ ਆ ਉਹ ਵਰਲਡ ਕੱਪ ਹੁੰਦਾ ਹੈਗਾ ਆ। ਸੋ ਮੇਰਾ ਖਿਆਲ ਵੀ ਵਰਲਡ ਕੱਪ ਤਾਂ ਫਿਰ ਪੂਰੀ ਟੀਮ ਫਿੱਟ ਹੋ ਜੂ ਭਾਜੀ, ਕਿ ਨਹੀਂ? ਭਾਈ ਬਾਬੇ ਦੀ ਮਿਹਰ ਚਾਹੀਦੀ ਆ। ਆਪਾਂ ਜਦੋਂ ਉਹਦਾ ਨਾਂ ਲੈ ਕੇ ਤੁਰੇ ਆਪਣੇ ਕਲੱਬ ਚੋਂ ਬਾਕਸਿੰਗ ਤਾਂ ਹੁਣ ਆਪਣੇ ਨੈਸ਼ਨਲ ਲੈਵਲ ਦੇ ਚੈਂਪੀਅਨ 2 ਦਿਨ ਨਿਕਲ ਚੁੱਕੇ ਆ। ਪਿਛਲੀ ਵੀਕ ਇੱਕ ਮੁੰਡਾ ਜੀਵਨ ਆ, ਉਹ ਯੂਰਪੀਅਨ ਜਿਜਿਟਸੂ ਚੈਂਪੀਅਨ ਬਣਿਆ, ਤੇ ਬੜੀ ਖੁਸ਼ੀ ਵਾਲੀ ਗੱਲ ਆ। ਆਪਣਾ ਇੰਦਰ ਸਿੰਘ ਬਾਸੀ ਜਿਹੜਾ ਆਪਣਾ ਭਤੀਜਾ ਉੱਤੇ ਖੜਾ ਆ, ਉਹ ਪ੍ਰੋਫੈਸ਼ਨਲ ਬਾਕਸਰ ਦੀ ਸਾਈਨ ਕਿਤੇ 2 ਵੀਕਾਂ ਹੋ ਗਈਆਂ। ਉਹ ਮੈਂ ਗੱਲ ਕਰ ਰਿਹਾ, ਆ ਸਾਡਾ ਪਹਿਲਾ ਸੀਜ਼ਨ ਆ, ਪਹਿਲਾ ਜਿਹਦਾ ਕੋਲ 3ਜਾ ਮੈਚ ਆ। 2 ਵਾਰੀ ਪ੍ਰੈਕਟਿਸ ਕੀਤੀ, 3ਜੀ ਵਾਰੀ ਇੱਥੇ ਆ ਗਏ ਮੁੰਡੇ। ਦੇ ਹੈਵ ਨਾਊ ਨੌਲੇਜ ਆਫ ਦ ਗੇਮ, ਬਟ ਨੈਕਸਟ ਈਅਰ ਲਈ ਆਪਾਂ ਤਿਆਰੀ ਲਈ ਆ, ਤੇ ਜ਼ਰੂਰ ਰੱਬ ਸੁੱਖ ਰੱਖੇ ਟੀਮ ਵਧੀਆ ਤੁਹਾਡੀ ਆਊਗੀ ਇੰਗਲੈਂਡ ਦੀ ਟੀਮ। GB ਵਿਲ ਬੀ ਔਨ ਦ ਮੈਪ ਨੈਕਸਟ ਈਅਰ। ਕਿਆ ਬਾਤ ਆ, ਬੈਸਟ ਆਫ ਲੱਕ ਦੇ ਨਾਲ ਦੀ ਨਾਲ ਆਪਾਂ ਇਹ ਵੀ ਗੱਲ ਕਰਦੇ ਜਾਂਦੇ ਕਿ ਜ਼ਰੂਰੀ ਨਹੀਂ ਕਿ ਤੁਸੀਂ ਈਸਟ ਮਿਡਲੈਂਡ ਦੇ ਵਿੱਚੋਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਸੀ ਭਾਜੀ ਹੁਣਾਂ ਨੂੰ ਸਟੂਡੀਓ ਵਿੱਚ ਸੱਦ ਕੇ ਆਪਾਂ ਗੱਲਬਾਤ ਕਰਾਂਗੇ ਕਿ ਇੰਗਲੈਂਡ ਤੇ ਵਿੱਚ ਈਸਟ ਮਿਡਲੈਂਡ ਤੋਂ ਇਲਾਵਾ ਆਪਾਂ ਮਿਡਲੈਂਡ ਯਾਰਕਸ਼ਾਇਰ ਦੇ ਵਿੱਚੋਂ ਕਿੱਦਾਂ ਬੱਚਿਆਂ ਨੂੰ ਗੇਮ ਦੇ ਨਾਲ ਜੋੜ ਸਕਦੇ ਹਾਂ। ਜ਼ਰੂਰੀ ਨਹੀਂ ਕਿ ਆਪਾਂ ਸਰਕਲ ਸਟਾਈਲ, ਇਸ ਟਾਈਮ ਨੈਸ਼ਨਲ ਸਟਾਈਲ ਦੇ ਨਾਲ ਵੀ ਬਿਲਕੁਲ ਇਸ ਟਾਈਮ ਜਿਹੜਾ ਚੱਲਦੇ ਹੋਏ ਮੈਚ ਦਾ ਸਮਾਂ ਜਿਹੜਾ ਆ ਉਹ ਬ੍ਰੇਕ ਵੱਲ ਆਪਾਂ ਵਧਦੇ ਹੋਏ, ਤੇ ਬ੍ਰੇਕ ਦੇ ਵਿੱਚ ਪੁਆਇੰਟਾਂ ਦਾ ਜਿਹੜਾ ਆ ਉਹ ਕਾਫੀ ਫਰਕ ਆ। It's so confusing now. I think we're up to 52. No. Wait, what? Why is it minus? Are you sure? No, you did it the wrong way.
ਸਾਡੇ ਕੋਲ 14 ਮੈਚ ਹੈ ਸਾਹਿਬ ਆ ਜਾਓ। ਇਹ ਫੜਦਾ ਤੇ ਬਿਲਕੁਲ ਇਸੇ ਦੇ ਨਾਲ ਪਿਚ 2 ਦੇ ਉੱਤੇ ਮੁਕਾਬਲਾ ਇੰਗਲੈਂਡ ਦਾ ਨਾਰਵੇ ਦੇ ਨਾਲ ਚੱਲਦਾ ਹੋਇਆ, ਜਿਹਦੇ ਵਿੱਚ ਕਿ ਰੈੱਡ ਜਿਹੜੀ ਜਰਸੀਆਂ ਹੈਗੀਆਂ ਉਹਦੇ ਵਿੱਚ ਨਾਰਵੇ ਤੇ ਇੰਗਲੈਂਡ ਵਾਲੇ ਬਲੂ ਜਰਸੀਆਂ ਦੇ ਵਿੱਚ ਨੇ। ਤੇ ਜਿਹੜੇ ਕਿ ਅਸੀਂ ਦੇਖ ਸਕਦੇ ਹਾਂ ਕਿ ਕਾਫੀ ਯੰਗਸਟਰਸ ਨੇ। ਅਸ਼ੋਕ ਜੀ, ਮੇਰਾ ਖਿਆਲ ਹੈ ਬਾਸੀ ਭਾਈ ਹੁਣਾਂ ਨੇ ਕਾਫੀ ਮਿਹਨਤ ਕੀਤੀ ਕਿ ਜਿਹੜੇ ਬੱਚੇ ਨੇ ਇਹਨਾਂ ਨੂੰ ਕਹਿੰਦੇ ਵੀ ਅੱਜ ਸਾਡਾ ਆਹ ਤੀਜਾ ਮੈਚ ਆ। ਦੂਜਾ ਮੈਚ ਸੀਗਾ ਕਿ 2 ਮੈਚ ਅਸੀਂ ਪ੍ਰੈਕਟਿਸ ਲਈ ਕੀਤੇ ਆ ਤੇ ਤੀਜਾ ਮੈਚ ਗਰਾਊਂਡ ਦੇ ਵਿੱਚ। ਕੀ ਕਹਿਣਾ ਚਾਹੋਗੇ, ਕਿਉਂਕਿ ਬਹੁਤ ਵਧੀਆ ਫੇਵੀ ਪ੍ਰਦਰਸ਼ਨ ਦੇ ਰਹੇ ਬੱਚੇ? ਨਹੀਂ, ਮੈਚ ਨਹੀਂ, ਅਸੀਂ ਕਿਸੇ ਨਾਲ ਖੇਡੇ ਨਹੀਂ ਪਹਿਲੋਂ। ਇਹ ਬੱਚੇ ਕਿਸੇ ਨਾਲ ਖੇਡੇ ਨਹੀਂ ਹੈਗੇ। ਇਹਨਾਂ ਨੂੰ ਸਿਰਫ 3 ਪ੍ਰੈਕਟਿਸ ਕਰਾਈਆਂ, ਸਿਰਫ ਇਹਨਾਂ ਨੂੰ ਦੱਸਿਆ ਕਿ ਇਹ ਗੇਮ ਕਿੱਦਾਂ ਹੁੰਦੀ ਹੈ। ਮੈਚ ਇਹਨਾਂ ਨੇ ਅੱਜ ਹੀ ਖੇਡੇ ਕਿਸੇ ਟੀਮ ਦੇ ਅਗੇਂਸਟ। ਹਾਂ, ਇਹ ਸੈਕੰਡ ਮੈਚ ਕਿਸੇ ਟੀਮ ਦੇ ਅਗੇਂਸਟ ਇਹਨਾਂ ਅੱਜ ਹੀ ਖੇਡੇ ਬੱਚਿਆਂ ਨੇ। ਔਰ ਜਿੱਦਾਂ ਬਾਸੀ ਭਾਜੀ ਨੇ ਦੱਸਿਆ ਕਿ ਉਹਨਾਂ ਅਕੈਡਮੀ ਹੈ, ਉੱਥੇ ਬੱਚੇ ਹੈਗੇ। ਤਾਂ ਮੇਰੀ ਸੋਚ ਇਹ ਸੀਗੀ ਕਿ ਜਿੱਦਾਂ ਇਹਨਾਂ ਨੇ ਸੋਚੀ ਹੈ ਕਿ ਵੀ ਅਸੀਂ ਕਹਿੰਦੇ ਆ ਕਿ ਸਾਨੂੰ ਪਲੇਅਰ ਇੱਥੋਂ ਦੇ ਚਾਹੀਦੇ, ਇੰਗਲੈਂਡ ਦੇ ਪਲੇਅਰ ਚਾਹੀਦੇ ਆ, ਸਰਕਲ ਦੇ, ਰੈਕਟੈਂਗੂਲਰ ਦੇ, ਇੱਥੇ ਹੋਣ, ਇੱਥੇ ਬਣਨ। ਅਸੀਂ ਇਹ ਨਹੀਂ ਕਹਿੰਦੇ ਕਿ ਇੰਡੀਆ ਤੋਂ ਨਾ ਆਉਣ, ਇੰਡੀਆ ਤੋਂ ਆਉਣ, ਪਰ ਇਹਨਾਂ ਨੂੰ ਟ੍ਰੇਨ ਕਰਨ ਤਾਂ ਕਿ ਸਾਡਾ ਜਿਹੜਾ ਹੈ ਵਿਰਸਾ ਖਤਮ ਨਾ ਹੋਵੇ। ਜਿਹੜੇ ਸਾਡੇ ਯੰਗਸਟਰ ਹੈ ਉਹ ਕਬੱਡੀ ਨੂੰ ਛੱਡਣ ਨਾ, ਕਬੱਡੀ ਖੇਡਣ, ਕਿਉਂਕਿ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਜਦੋਂ ਇਹਨਾਂ ਨੂੰ ਮੌਕਾ ਨਹੀਂ ਦਾਂਗੇ ਤਾਂ ਕੀ ਹੋਏਗਾ। ਹੁਣ ਸਾਡੀ ਇੰਗਲੈਂਡ ਦੀ ਜਿਹੜੀ ਟੀਮ ਹੈਗੀ ਆ ਉਹਦੇ 'ਚੋਂ ਮੈਂ ਕਿਸੇ ਨੂੰ ਵੀ ਇੱਕ ਨੂੰ ਲੈ ਕੇ ਨਹੀਂ ਇੱਥੇ ਆਇਆ। ਅਸਲੀ ਇੰਗਲੈਂਡ ਦੀ ਟੀਮ ਨਹੀਂ ਆਈ। ਅਗਰ ਉਹ ਇੱਥੇ ਹੁੰਦੀ ਤੇ ਇਹ ਯੂਰਪੀਅਨ ਚੈਂਪੀਅਨ ਬਣਦੀ। ਟੌਪ ਟੀਮ ਹੈਗੀ ਸਾਡੀ ਇੰਗਲੈਂਡ ਦੀ, ਯੂਨੀਵਰਸਿਟੀ ਦੇ ਮੁੰਡੇ ਟੌਪ ਤੇ ਹੈਗੇ ਆ। ਉਹਨਾਂ ਨੂੰ ਕਿਸੇ ਨੂੰ ਨਹੀਂ ਲਿਆਂਦਾ ਤਾਂ ਕਿ ਯੰਗਸਟਰ ਨੂੰ ਮੌਕਾ ਦਿੱਤਾ ਜਾਵੇ। ਇਹ ਨਹੀਂ ਕੱਪ ਜ਼ਰੂਰੀ ਚੁੱਕਣਾ, ਨਹੀਂ, ਜ਼ਰੂਰੀ ਹੈਗਾ ਵਾ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਜਾਗ ਲੱਗੇ, ਇਹ ਕਬੱਡੀ ਖੇਡਦੇ ਰਹਿਣ। ਬਹੁਤ ਵਧੀਆ ਆ ਹੁੰਦੀ ਆ ਕਿ ਕਿਸੇ ਵੀ ਗੇਮ ਨੂੰ ਜਿਹੜੀ ਸਪਿਰਿਟ ਆ, ਤੁਹਾਡਾ ਜਿਹੜਾ ਇਰਾਦਾ ਆ ਉਹ ਬਹੁਤ ਜ਼ਰੂਰੀ ਆ ਕਿ ਤੁਹਾਡੇ ਇਰਾਦੇ ਕਿਹੋ ਜਿਹੇ ਨੇ। ਕਿਉਂਕਿ ਅੱਜ ਬੇਸ਼ੱਕ ਇਹ ਚੈਂਪੀਅਨਸ਼ਿਪ ਜਿਹੜੀ ਆ ਇੱਕ ਕੱਪ ਨੂੰ ਲੈ ਕੇ ਆ, ਚੈਂਪੀਅਨਸ਼ਿਪ ਯੂਰਪੀਅਨ ਚੈਂਪੀਅਨ ਹੋਵੇਗਾ ਕੱਲ੍ਹ ਨੂੰ ਜੋ ਵੀ ਫਾਈਨਲ ਦਾ ਮੁਕਾਬਲਾ ਜਿੱਤੇਗਾ। ਪਰ ਅਸ਼ੋਕ ਜੀ ਹੁਣਾਂ ਨੇ ਗੱਲ ਦੱਸ ਦਿੱਤੀ ਆ ਕਿ ਅੱਜ ਇਸ ਇੰਗਲੈਂਡ ਦੀ ਟੀਮ ਦੇ ਵਿੱਚ ਜਿਹੜੇ ਪਲੇਅਰ ਨੇ, ਜਿਹੜੇ ਮੇਨ ਪਲੇਅਰ ਇੰਗਲੈਂਡ ਦੇ ਲਈ ਖੇਡਦੇ ਨੇ, ਉਹ ਪਾਰਟਿਸਿਪੇਟ ਨਹੀਂ ਕਰ ਰਹੇ ਕਿਉਂਕਿ ਇਹ ਚਾਹੁੰਦੇ ਸੀਗੇ ਕਿ ਜਿਹੜੇ ਇੱਥੇ ਦੇ ਬੱਚੇ ਨੇ ਜਿਨ੍ਹਾਂ ਨੂੰ ਬਾਸੀ ਭਾਜੀ ਹੁਣਾਂ ਨੇ ਆਪ ਤਿਆਰ ਕੀਤਾ, ਆਪ ਮਿਹਨਤ ਕਰਾਈ ਆ, ਉਹ ਇਸ ਚੈਂਪੀਅਨਸ਼ਿਪ ਦਾ ਐਕਸਪੀਰੀਅੰਸ ਲੈਣ ਕਿ ਕਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਿੱਖਣੀਆਂ ਪੈਣਗੀਆਂ, ਕਿੱਦਾਂ ਦੀ ਜਿਹੜੀ ਪ੍ਰੈਕਟਿਸ ਆ ਉਹ ਕਰਨੀ ਪਏਗੀ। ਇਸੇ ਦੇ ਨਾਲ ਹੀ ਮੇਰਾ ਖਿਆਲ ਹੈ ਵੀ ਜਿਹੜੀ ਇੰਗਲੈਂਡ ਦੀ ਟੀਮ ਆ ਉਹ ਸਾਰੀ ਆਊਟ ਹੋ ਚੁੱਕੀ ਆ ਪਹਿਲੇ ਹਾਫ ਦੇ ਵਿੱਚ ਤੇ 4 ਬੋਨਸ ਪੁਆਇੰਟ ਜਿਹੜੇ ਨੇ 4 ਪੁਆਇੰਟ ਜਿਹੜੇ ਨੇ ਨਾਰਵੇ ਨੂੰ ਮਿਲੇ ਨੇ। ਨਾਰਵੇ ਇਸ ਸਮੇਂ ਦੇ ਉੱਤੇ ਕਾਫੀ ਲੀਡ ਕਰਦੀ ਹੋਈ, ਪਰ ਇੱਥੇ ਗੱਲ ਲੀਡ ਦੀ ਨਹੀਂ ਹੈਗੀ, ਗੱਲ ਇੱਥੇ ਇਹ ਨਹੀਂ ਹੈਗੀ ਕਿ ਕਿਹੜੀ ਟੀਮ ਜਿੱਤੂਗੀ। ਪਰ ਇਹ ਆ ਕਿ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਬੱਡੀ ਦਾ ਫਿਊਚਰ ਨੇ
ਇਸ ਗੇਮ ਦਾ ਫਿਊਚਰ ਨੇ। ਜ਼ਰੂਰੀ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਸਪੋਰਟ ਕਰੀਏ। ਸੋ ਭਾਜੀ ਆਪਾਂ ਈਸਟ ਮਿਡਲੈਂਡ ਦੀ ਗੱਲ ਕਰਦੇ ਹਾਂ, ਬਾਸੀ ਭਾਜੀ ਹੁਣੇ ਉੱਥੇ ਕੈਂਪ ਲਵਾਉਂਦੇ ਆ, ਸਾਰਾ ਕੁਝ ਆ। ਸੋ ਇਹੋ ਜਿਹੇ ਕੈਂਪਸ ਜਿਹੜੇ ਨੇ ਇੰਗਲੈਂਡ ਦੇ ਹੋਰ ਕਿੱਥੇ ਕਿਹੜੇ ਥਾਵਾਂ ਤੇ ਲਾਦੇ, ਜੇ ਕੋਈ ਸਾਡੇ ਜੇ KTV ਦੇ ਰਾਹੀਂ ਜਿੰਨੇ ਵੀ ਸਾਡੇ ਦਰਸ਼ਕ ਜੁੜੇ ਹੋਏ ਨੇ, ਜੇ ਉਹ ਜਾਣਾ ਚਾਹਣ ਜਾਂ ਬੱਚਿਆਂ ਨੂੰ ਲੈ ਕੇ ਆਉਣਾ ਚਾਹਣ, ਕਿੱਥੇ ਪਹੁੰਚ ਸਕਦੇ ਆ? ਇੰਗਲੈਂਡ ਆਪਣਾ ਬਾਰਕਿੰਗ 'ਚ ਹੈਗਾ ਤੇ ਆਪਣੇ ਮਿਡਲਟਨ 'ਚ ਹੈਗਾ ਵਾ ਵੋਲਹੈਂਪਟਨ, ਕੈਨਿਕ ਰੋਡ ਗੁਰਦੁਆਰਾ ਵੋਲਹੈਂਪਟਨ। ਰਣਜੀਤ ਸਿੰਘ ਜੀ ਉੱਥੇ ਰੈਸਲਿੰਗ ਹੁੰਦੀ ਹੈ, ਤੁਹਾਨੂੰ ਪਤਾ, ਜਿੱਥੇ ਕਿ ਉਹਨਾਂ ਕੋਲੋਂ ਇੰਟਰਨੈਸ਼ਨਲ ਖਿਡਾਰੀ ਉਸ ਕੈਨਿਕ ਰੋਡ ਜਿਹੜੀ ਸਪੋਰਟਸ ਅਕੈਡਮੀ ਹੈਗੀ ਉਹਨਾਂ ਨੇ ਦਿੱਤੇ ਹੈ। ਉੱਥੇ ਸਾਡੀ ਕਬੱਡੀ ਵੀ ਹੈਗੀ ਨਾਲ। ਔਰ ਜਿਹਨੇ ਸਿੱਖਣਾ ਹੋਵੇ, ਰਣਜੀਤ ਸਿੰਘ ਜੀ ਹੈਗੇ ਕੈਨਿਕ ਰੋਡ ਤੇ, ਉਹਨਾਂ ਨੂੰ ਕੰਟੈਕਟ ਕਰੋ। ਅਸੀਂ ਉੱਥੇ ਰੈਗੂਲਰ ਕਬੱਡੀ ਸਿਖਾਉਣੀ ਹੈ। ਇਹ ਟਰਾਈ ਅਸੀਂ ਉੱਥੇ ਪਹਿਲੋਂ ਪਿਛਲੇ ਵੀਕ ਵੀ ਕਰ ਚੁੱਕੇ ਹਾਂ, ਪ੍ਰੈਕਟਿਸ ਕਰਦੇ ਸੀ। ਹੁਣ ਅਸੀਂ ਰੈਗੂਲਰ ਉੱਥੇ ਟ੍ਰੇਨਿੰਗ ਕਰਨੀ ਹੈ। ਜਿਹੜੇ ਵੀ ਚਾਹੁੰਦੇ ਆਪਣੇ ਬੱਚਿਆਂ ਨੂੰ ਕਬੱਡੀ ਸਿਖਾਉਣਾ, ਉਹਨਾਂ ਨਾਲ ਕੰਟੈਕਟ ਕਰਨ। ਉੱਥੇ ਵੀਕ 'ਚ 2 ਵਾਰੀ ਪ੍ਰੈਕਟਿਸ ਹੋਇਆ ਕਰੇਗੀ। ਤੇ ਬਿਲਕੁਲ ਨਾਲ ਦੀ ਨਾਲ ਦੱਸਦੇ ਜਾਂਦੇ ਕਿ ਅੱਜ ਦੇ ਜਿਹੜੇ ਇਹ ਮੁਕਾਬਲੇ ਹੋਣਗੇ ਲੀਗ ਮੁਕਾਬਲੇ ਦੀ ਤਰ੍ਹਾਂ ਚੱਲੇਗੇ। ਹਰ ਇੱਕ ਟੀਮ ਜਿਹੜੀਆਂ 7 ਟੀਮਾਂ ਇੱਕ ਦੂਜੇ ਦੇ ਨਾਲ ਖੇਡਣਗੀਆਂ। ਤੇ ਜਿਸ ਤਰ੍ਹਾਂ ਕਿ ਜਿਹੜੀ ਇੰਗਲੈਂਡ ਦੀ ਟੀਮ ਆ ਆਪਣਾ ਦੂਸਰਾ ਮੁਕਾਬਲਾ ਖੇਡਦੀ ਹੋਈ, ਤੇ ਪਹਿਲੇ ਮੁਕਾਬਲੇ ਦੇ ਵਿੱਚ ਉਹ ਜਿਹੜੀ ਆ ਉਹਨਾਂ ਨੂੰ ਦੇਖਣੀ ਪਈ, ਪਰ ਦੂਸਰੇ ਮੁਕਾਬਲੇ ਦੇ ਵਿੱਚ ਕਾਫੀ ਵਧੀਆ ਬੱਚਿਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤੇ ਨਾਰਵੇ ਦੀ ਟੀਮ ਵੀ ਜਿਹੜੀ ਆ ਉਹ ਵਾਪਸੀ ਕਰ ਰਹੀ ਆ ਕਿਤੇ ਨਾ ਕਿਤੇ, ਕਿਉਂਕਿ ਹਰ ਇੱਕ ਟੀਮ ਜਿਹੜੀ ਆ ਚਾਹੁੰਦੀ ਆ ਕਿ ਕੱਲ ਨੂੰ ਜਿੱਥੇ ਭਰਵਾਂ ਇਕੱਠ ਹੋਵੇਗਾ, ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਸਾਡੇ ਵੀਰ ਨੇ, ਜੇ ਆਪਾਂ ਗਲਾਸਗੋ ਦੀ ਗੱਲ ਕਰਦੇ ਪਏ, ਹਜੇ ਤਾਂ ਅੱਧੇ ਕੁ ਤਾਂ ਮੇਰਾ ਖਿਆਲ ਵੀ ਉਹਨਾਂ ਲਈ ਅੱਧੀ ਰਾਤ ਹੋਣੀ, ਕਿਉਂਕਿ ਸਾਰੇ ਰਾਤ ਨੂੰ ਕੰਮਾਂ ਕਾਰਾਂ ਤੋਂ 3-4 ਵਜੇ ਤੱਕ ਆਏ ਹੋਣੇ ਕਿ ਨਹੀਂ ਜੀ? ਬਿਲਕੁਲ ਠੀਕ ਹੈ। ਨਾਲੇ ਨਾ ਕੱਲ ਦਾ ਹੈਗਾ ਟਾਈਮ, ਕੱਲ ਜਿਹੜਾ ਸੰਡੇ ਹੈਗਾ ਉਹ ਸਾਰਿਆਂ ਨੂੰ ਹੈਗਾ ਕਿ ਅਸੀਂ ਫਾਈਨਲ ਦੇਖਣ ਆਣੇ ਆ। ਕੱਲ ਸੰਡੇ ਸਾਰੇ ਫਾਈਨਲ ਹੀ ਹੋਣੇ ਆ। ਅੱਜ ਸਿਰਫ ਲੀਗ ਹੈ, ਇਸ ਕਰਕੇ ਕਿ ਸਿਰਫ ਜਿਹੜੇ ਫਸਵੇਂ ਮੈਚ ਹੈ ਉਹ ਕੱਲ ਹੋਣ। ਜਿੱਦਾਂ ਤੁਸੀਂ ਕਿਹਾ ਵਾ ਕਿ ਆਪਣਾ ਯੰਗਸਟਰ ਖੇਡਦੇ ਆ, ਤੁਸੀਂ ਦੇਖਿਆ ਹੁਣੇ ਨਾਰਵੇ 'ਚ ਜਿਹੜਾ ਮੁੰਡਾ ਹੁਣ ਰੇਡ ਪਾ ਕੇ ਗਿਆ, ਇਹ ਵੀ ਇੱਥੋਂ ਦਾ ਜੰਪਲ ਹੈ। ਔਰ ਦੂਸਰੇ ਪਾਸੇ ਕੋਨੇ 'ਚ ਕਿਹੜੇ 3 ਜਿਹੜੇ ਇੱਥੋਂ ਦੇ ਜੰਪਲ ਹੈਗੇ ਆ ਜਿਹੜੇ, ਔਰ ਇਹ ਵਰਲਡ ਕੱਪ ਖੇਡ ਆਏ ਆ। ਹਾਂ, ਤੇ ਇਹ ਹੈ ਕਿ ਵੀ ਜਾਗ ਲਾ ਰਹੇ ਆ ਕਿ ਯੂਰਪ ਦੇ ਵਿੱਚ, ਤਾਂ ਕਿ ਜਿਹੜਾ ਸਾਡਾ ਵਿਰਸਾ ਹੈਗਾ, ਜਿੱਦਾਂ ਤੁਸੀਂ ਕਿਹਾ, ਚਾਹੇ ਵਿਰਸਾ ਹੈਗਾ ਆਪਣੇ ਨੱਚਣ ਗਾਣ ਦਾ, ਆਪਣੀ ਬੋਲੀ ਹੈਗੀ ਆ, ਔਰ ਇੱਕ ਕਬੱਡੀ ਹੈਗੀ ਆ, ਇਹ ਜਾਣੀ ਨਹੀਂ ਚਾਹੀਦੀ। ਤੇ ਮੇਰਾ ਖਿਆਲ ਲੱਗਦਾ ਕਿ ਇੰਗਲੈਂਡ ਦੇ ਇੱਕ ਪਲੇਅਰ ਦੇ ਥੋੜੀ ਸੱਟ ਲੱਗ ਗਈ ਹੈ। ਚਲੋ ਰੱਬ ਭਲੀ ਕਰੇ, ਸਭ ਕੁਝ ਠੀਕ ਕਰੇ। ਇਹਦੇ ਵਿੱਚ ਹੁੰਦਾ ਹੀ ਰਹਿੰਦਾ, ਡਿੱਗਦੇ ਆ ਤੇ ਫਿਰ ਸਵਾਰ ਤਾਂ ਹੀ ਹੁੰਦਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਗਲਤੀ ਦੇ ਕਰਕੇ ਉਹਦੀ ਮਾੜੀ ਮੋਟੀ ਸੱਟ ਪੇਟ ਲੱਗੀ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ ਨੂੰ ਬਚਾ ਕਰੇਗਾ। ਤੇ ਇਸ ਟਾਈਮ ਅਸੀਂ ਦੇਖਿਆ ਕਿ ਪੋਲੈਂਡ ਦਾ ਜਿਹੜਾ ਪਲੇਅਰ ਸੀਗਾ, ਉਹ ਇੰਗਲੈਂਡ ਦੇ ਉਸ ਬੱਚੇ ਨੂੰ ਥੋੜਾ ਬਹੁਤਾ ਉਹਨੂੰ ਟੈਕਨੀਕ ਦੱਸ ਰਿਹਾ ਸੀਗਾ। ਬਹੁਤ ਵਧੀਆ ਗੱਲ ਆ, ਇਹ ਵੀ ਇੱਕ ਸਪੋਰਟਸਮੈਨਸ਼ਿਪ ਆ। ਇਹ ਨਹੀਂ ਹੈਗਾ ਕਿ ਜਿਹੜੀ ਟੈਕਨੀਕ ਮੇਰੇ ਕੋਲ ਹੀ ਰਹਿ ਜਾਵੇ। ਬੇਸ਼ੱਕ ਉਹਨੇ ਸੋਚਿਆ, ਉਹਨੂੰ ਇਹ ਨਹੀਂ ਪਤਾ ਹੈਗਾ ਕਿ ਆਉਣ ਵਾਲੇ ਮੈਚਾਂ ਦੇ ਵਿੱਚ ਜਦੋਂ ਸਾਡਾ ਮੁਕਾਬਲਾ ਹੋਵੇਗਾ ਇਸ ਨੌਜਵਾਨ ਦੇ ਨਾਲ, ਤੇ ਇਹ ਜਿਹੜੀ ਟੈਕਨੀਕ ਹੈ ਮੇਰੇ ਤੇ ਵਰਤ ਸਕਦਾ। ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਸਾਨੂੰ ਹੋਵੇ। ਸਾਡੇ ਗੁਰੂਆਂ ਪੀਰਾਂ ਨੇ ਕਿਹਾ ਕਿ ਜੋ ਤੁਹਾਡੇ ਕੋਲ ਗੁਣ ਹੈਗਾ ਵਾ, ਜੋ ਤੁਹਾਡੇ ਦੇ ਕੋਲ ਕੋਈ ਅੱਛੇ ਕਰਮ ਹੈਗੇ ਆ, ਤੁਸੀਂ ਦੂਸਰੇ ਨੂੰ ਦਿਓ। ਦੂਸਰੇ ਨੂੰ ਦਿਓਗੇ, ਉਹ ਵਧਣਗੇ, ਉਹ 'ਚ ਵਾਧਾ ਪਏਗਾ। ਜਿੱਦਾਂ ਕਹਿੰਦੇ ਨੇ ਦਸਵੰਧ ਕੱਢੋਗੇ ਤੇ ਗੁਰੂ ਮਹਾਰਾਜ ਤੈਨੂੰ 100% ਦੇਗਾ। ਇੱਦਾਂ ਹੀ ਇਹ ਹੈ ਕਿ ਜੇ ਤੁਹਾਡੇ ਕੋਲ ਕੋਈ ਗੁਣ ਹੈ, ਤਕਨੀਕ ਹੈ, ਦੂਸਰੇ ਨੂੰ ਦੱਸਣੀ ਚਾਹੀਦੀ ਹੈ। ਪਰ ਇਹ ਆਪਣੇ, ਮੈਂ ਮਾਫੀ ਚਾਹੁੰਦਾ, ਸਾਡੇ ਇੰਡੀਅਨ ਦੀ ਹੈਗੀ ਹੈ ਕਿ ਯਾਰ ਮੈਂ ਨਹੀਂ ਦੱਸਣਾ, ਕਿਤੇ ਕੱਲ ਨੂੰ ਮੇਰੇ ਤੇ ਦਾ ਵਰਤਦੇ। ਤੁਸੀਂ ਦੇਖਣਾ ਕਿ ਇੱਥੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਟ੍ਰੇਨਿੰਗ ਕਰਦੇ ਆ। ਕਿਉਂ ਟ੍ਰੇਨਿੰਗ ਕਰਦੇ ਆ? ਕਿ ਜੇ ਮੇਰੇ ਕੋਲ ਗੁਣ ਹੈਗਾ ਮੈਨੂੰ ਦੱਸਾਂ, ਇਹਦੇ ਕੋਲ ਗੁਣ ਹੈ ਮੈਨੂੰ ਦੱਸੇ। ਇਸੇ ਕਰਕੇ ਇੰਡੀਆ ਦੇ ਵਿੱਚ ਜਿਹੜੀ IPL ਕੀਤੀ ਗਈ ਹੈ, IPL ਕ੍ਰਿਕਟ ਦੀ ਲੀਗ ਤਾਂ ਹੀ ਕੀਤੀ ਗਈ ਸੀ ਕਿ ਇੰਡੀਅਨ ਟੀਮ ਨੂੰ ਮੋਰ ਪਾਲਿਸ਼ ਕਰਨ ਵਾਸਤੇ। ਕਿਉਂ ਕਿ ਪੂਰੀ ਦੁਨੀਆ 'ਚੋਂ ਤਗੜੇ ਟੌਪ ਦੇ ਉਹਨਾਂ ਨੇ ਪਲੇਅਰ ਲਏ, ਜਿਹੜੇ ਕਿ ਇੰਡੀਅਨ ਟੀਮਾਂ ਦੇ ਵਿੱਚ ਰਲ ਕੇ ਉਹਨਾਂ ਨੇ ਖੇਡੇ। ਤੇ ਜਦੋਂ ਤੁਸੀਂ ਇਕੱਠੇ ਖੇਡਦੇ ਹੋ, ਤੁਸੀਂ ਇੱਕ ਦੂਜੇ ਨੂੰ ਦੱਸਦੇ ਹੋ, ਆਪਣੇ ਗੁਣ ਦੱਸਦੇ ਹੋ, ਤੂੰ ਆਹ ਨਾ ਕਰ, ਇੱਥੇ ਇੱਦਾਂ ਹੋ ਜਾਣਾ, ਇੱਥੇ ਉੱਦਾਂ। ਤੇ ਅੱਜ ਇੰਡੀਆ ਟੀਮ ਦੇਖ ਲਓ ਨੰਬਰ 1 ਕ੍ਰਿਕਟ ਦੇ ਵਿੱਚ, ਔਰ ਮੇਰਾ ਉੱਥੇ ਹਜ਼ਾਰਾਂ ਹੀ ਕ੍ਰਿਕਟ ਦੇ ਪਲੇਅਰ ਮਹਾਰਥੀ ਹੈ। ਇੱਕ ਧੋਨੀ ਗਿਆ ਤੇ ਕਿੰਨੇ ਆ ਗਏ, ਇੱਕ ਤੰਦੂਲਕਰ ਗਿਆ ਤੇ ਕਿੰਨੇ ਅੱਗੇ ਕੋਹਲੀ ਆ ਗਏ। ਠੀਕ ਹੈ, ਇਸ ਕਰਕੇ ਕਿ ਉਹ ਗੁਣ ਸ਼ੇਅਰ ਕਰਦੇ ਨੇ ਇੱਕ ਦੂਜੇ ਨਾਲ। ਸਾਡੀ ਇਹ ਹੈਗੀ ਕਿ ਅਸੀਂ ਰਲਦੇ ਨਹੀਂ, ਆਪਣੇ ਗੁਣ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਸਗੋਂ ਸਾਨੂੰ ਸ਼ੇਅਰ ਕਰਨੇ ਚਾਹੀਦੇ। ਅੱਜ ਜੇ ਇੱਥੇ ਕਬੱਡੀ ਦਾ ਹੋ ਰਿਹਾ ਤਾਂ ਕਬੱਡੀ ਕਿਹਦੀ ਹੈ? ਸਾਡੇ ਇੰਡੀਆ ਦੀ ਕਬੱਡੀ ਕਿਹਦੀ ਹੈ? ਸਾਡੇ ਪੰਜਾਬ ਦੀ ਕਬੱਡੀ ਕਿਹਦੀ ਹੈ? ਸਾਡੇ ਕੀ ਕਹਿੰਦੇ ਇੰਡੀਅਨ ਸਾਰੇ ਵਿਰਸੇ ਦੀ। ਤੇ ਜੇ ਇਹ ਵਧੇਗੀ ਤੇ ਮੇਰਾ ਖਿਆਲ ਸਾਨੂੰ ਫਾਇਦਾ ਹੋਏਗਾ ਨਾ। ਤੇ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ, ਆਉਣਾ ਚਾਹੀਦਾ, ਦੇਖਣਾ ਚਾਹੀਦਾ, ਇਹਨੂੰ ਸਹਾਰਨਾ ਚਾਹੀਦਾ। ਬਿਲਕੁਲ ਸਹੀ ਗੱਲ। ਤੇ ਅਸੀਂ ਇਸ ਟਾਈਮ ਦੇਖਿਆ ਕਿ ਪਹਿਲੀ ਜਿਹੜੀ ਵਾਟਰ ਬ੍ਰੇਕ ਆ ਉਹ ਇਸ ਚੱਲਦੇ ਮੁਕਾਬਲੇ ਦੀ ਹੋ ਚੁੱਕੀ ਹੈ। ਤੇ ਦੂਸਰੇ ਪਾਸੇ ਜਿਹੜਾ ਦੂਸਰੀ ਪਿੱਚ ਦੇ ਉੱਤੇ 1 ਨੰਬਰ ਪਿੱਚ ਦੇ ਉੱਤੇ ਜਿਹੜਾ ਮੁਕਾਬਲਾ ਚੱਲਦਾ, ਜਿਹਦੇ ਵਿੱਚ ਜਰਮਨੀ ਦੀ ਟੀਮ ਹਜੇ ਵੀ ਪਛੜਦੀ ਹੋਈ, ਪਰ ਉਹਨਾਂ ਨੇ ਇੱਕ ਗੱਲ ਬਹੁਤ ਵਧੀਆ ਭਾਜੀ ਉਹਨਾਂ ਨੇ ਕੀਤੀ ਸੀਗੀ ਕਿ ਸਾਡਾ ਸੈਕੰਡ ਹਾਫ ਦੇ ਵਿੱਚ ਪਲੇਅਰ ਆ ਗਿਆ। ਤੇ ਇਸ ਟਾਈਮ ਅਸੀਂ ਦੇਖਿਆ ਕਿ ਜਿੱਥੇ 22 ਅੱਧੋ-ਅੱਧੀ ਦਾ ਫਾਸਲਾ ਸੀਗਾ, ਉਹ ਨਿਕਲ ਕੇ ਸਿਰਫ 15 ਕੁ ਪੁਆਇੰਟ ਦਾ ਜਿਹੜਾ ਰਹਿ ਗਿਆ ਆ। ਤੇ ਮੇਰਾ ਖਿਆਲ ਵੀ ਅਗਲਾ ਜਿਹੜਾ ਚੌਥਾ ਕੁਆਟਰ ਆ ਉਹ ਹਜੇ ਖੇਡਣਾ ਬਾਕੀ ਆ। ਤੇ ਬਹੁਤ ਵਧੀਆ ਇਸ ਟਾਈਮ ਦੇਖਿਆ ਕਿ ਅਸੀਂ ਇੰਗਲੈਂਡ ਦੇ ਜਿਹੜੇ ਬੱਚੇ ਨੇ
ਉਹਨਾਂ ਨੇ ਬਹੁਤ ਵਧੀਆ ਨਾਰਵੇ ਦੇ ਪਲੇਅਰ ਨੂੰ ਸਟਾਪ ਕੀਤਾ ਹੈਗਾ ਆ ਤੇ ਮੇਰਾ ਖਿਆਲ ਵੀ ਹਲਕੀ ਜਿਹੀ ਜਿਹੜੀ ਚੋਟ ਵੀ ਲੱਗੀ ਆ ਤੇ ਇਦਾਂ ਹੋ ਜਾਂਦਾ ਮਾੜਾ ਮੋਟਾ, ਪਰ ਇਸ ਟਾਈਮ ਰੈਫਰੀ ਸਾਹਿਬਾਨ ਜਿਹੜੇ ਨੇ ਉਹ ਟਾਈਮ ਆਊਟ ਦਾ ਇਸ਼ਾਰਾ ਕਰਦੇ ਹੋਏ ਇਸ ਟਾਈਮ ਟਾਈਮ ਆਊਟ ਲਿਆ ਗਿਆ ਆ ਤੇ ਮੇਰਾ ਖਿਆਲ ਵੀ ਸ਼ਾਇਦ ਪ੍ਰਮਾਤਮਾ ਭਲੀ ਕਰੇ। ਸੱਟ ਚੋਟ ਜਿਹੜੀ ਆ ਉਹ ਕਿਸੇ ਪਲੇਅਰ ਦੇ ਨਾਲ ਲੱਗੇ ਤੇ ਇਸ ਟਾਈਮ ਦੂਸਰੇ ਪਿੱਚ ਵੱਲ ਚੱਲਦੇ ਆ ਕਿ ਦੂਸਰੀ ਪਿੱਚ ਦੇ ਉੱਤੇ ਜਿਹੜਾ ਮੁਕਾਬਲਾ ਭਾਜੀ ਇਸ ਟਾਈਮ ਅਸੀਂ ਦੇਖਿਆ ਕਿ 13 ਪੁਆਇੰਟ ਦਾ ਜਿਹੜਾ ਫਰਕ ਆ ਜਰਮਨੀ ਦਾ ਰਹਿ ਗਿਆ। ਸੋ ਤੁਹਾਨੂੰ ਲੱਗਦਾ ਕਿ ਚੌਥੇ ਕੁਆਟਰ ਦੇ ਵਿੱਚ ਕੁਝ ਕਰ ਸਕਦੀ ਆ? ਤੇ ਦੇਖੋ ਜੀ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ। ਜੇ ਤੁਸੀਂ ਇੱਕ ਵਾਰੀ ਸਾਰੇ ਵਾਈਪ ਆਊਟ ਕਰਤੇ 7 ਦੇ 7 ਹੀ ਤੁਸੀਂ ਆਪਣਾ ਆਊਟ ਕਰਤੇ ਨਾਲ 2 ਬੋਨਸ ਪੁਆਇੰਟ ਤੇ ਸਮਝ ਲਓ ਕਿ 5 ਮਿੰਟ ਦੇ ਵਿੱਚ ਹੀ ਤੁਸੀਂ ਇਹਨੂੰ ਕਰ ਸਕਦੇ ਹੋ। ਇਦਾਂ ਇੱਕ ਵਾਰੀ ਬਹੁਤ ਦੇਰ ਦੀ ਗੱਲ ਹੈ ਕਿ ਇੰਡੀਆ ਦੇ ਵਿੱਚ ਮੈਚ ਹੋ ਰਹੇ ਸੀ ਸੀਨੀਅਰ ਪੁਲਿਸ ਦੇ ਨੈਸ਼ਨਲ ਦੇ, ਜਿੱਥੇ ਕਿ ਪੰਜਾਬ ਪੁਲਿਸ ਹਾਰਦੀ ਪਈ ਸੀ ਤੇ ਫਿੱਡੂ ਭਾਜੀ ਖੇਡਦੇ ਪਏ ਸੀਗੇ ਤੇ ਹਾਰਦੀ ਪਈ ਸੀ ਤੇ ਮੇਰਾ ਖਿਆਲ 18 ਪੁਆਇੰਟਾਂ ਦਾ ਫਰਕ ਸੀਗਾ ਤੇ 5 ਮਿੰਟ ਰਹਿੰਦੇ ਸੀ ਤੇ 18 ਪੁਆਇੰਟ ਸੀ ਤੇ ਜਿਹੜਾ ਉਹਨਾਂ ਦਾ ਕਮਾਂਡਰ ਜਨਰਲ ਸੀ ਉੱਠ ਕੇ ਚਲੇ ਗਿਆ, ਕਹਿੰਦਾ ਕਿ ਵੀ ਇਹ ਤਾਂ ਹੁਣ ਹਾਰ ਗਏ ਆ। ਕੀ ਹੋਇਆ ਕਿ ਫਿੱਡੂ ਨੇ ਕਿਹਾ, ਜਿਹੜੇ 2-3 ਖੇਡਦੇ ਪਏ ਸੀ ਉਹਨੇ ਕਿਹਾ ਤੁਸੀਂ ਮਰ ਜਾਓ ਸਾਰੇ, ਕਿਉਂਕਿ ਉਹਨਾਂ ਨੇ ਫਿੱਡੂ ਨੂੰ ਓਟ ਕਰਕੇ ਬਾਹਰ ਰੱਖਿਆ ਸੀ ਕਿ ਜਦ ਤੱਕ ਫਿੱਡੂ ਬਾਹਰ ਰਹੇਗਾ ਅਸੀਂ ਇਹਨਾਂ ਤਿੰਨਾਂ ਨੂੰ ਖਿਡਾਉਂਦੇ ਰਹਾਂਗੇ ਤੇ ਅਸੀਂ 5 ਮਿੰਟ ਪਾਸ ਕਰ ਦਾਂਗੇ। ਫਿੱਡੂ ਨੇ ਉਹਨਾਂ ਨੂੰ ਕਿਹਾ ਸਾਰਿਆਂ ਨੂੰ ਤੁਸੀਂ ਮਰ ਜਾਓ, ਉਹਨਾਂ ਸਾਰਿਆਂ ਨੇ ਇਹੋ ਹੀ ਕੀਤਾ ਕਿ ਹੱਥ ਲਾਇਆ, ਫਸ ਗਏ ਤੇ ਆਊਟ ਹੋ ਗਏ। ਮੁੜ ਕੇ ਫਿੱਡੂ ਸਾਹਿਬ ਅੰਦਰ ਆਏ, ਉਹਨਾਂ ਕੀਤਾ ਪਹਿਲੀ ਰੇਡ ਪਾਈ ਤੇ 4 ਲੈਣ ਦੇ, ਦੂਸਰੀ ਫੇਰ ਪਾਈ ਤੇ ਆਪਣੇ 3 ਉਹ ਵੀ ਲੈਣ ਦੇ, ਇੱਕ ਖਾਲੀ ਕਰਦੀ ਕਰਕੇ ਉਹਨਾਂ ਨੇ 5 ਮਿੰਟਾਂ ਦੇ ਵਿੱਚ 18 ਰਨ ਜਿਹੜੇ ਸੀ ਉਹਨਾਂ ਨੂੰ ਕਵਰ ਕਰਕੇ ਜਿੱਤ ਪ੍ਰਾਪਤ ਕਰ ਲਈ। ਤੇ ਇਸੇ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜਰਮਨੀ ਦਾ ਮੁਕਾਬਲਾ ਜੋ ਚੱਲਦਾ ਹੋਇਆ ਇਸ ਸਮੇਂ ਦੇ ਉੱਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਰਮਨੀ ਦੇ ਵੱਲੋਂ ਕਿ ਬਹੁਤ ਕਿਉਂਕਿ ਪੁਆਇੰਟਾਂ ਦਾ ਜਿਹੜਾ ਫਾਸਲਾ ਆ ਉਹ ਹਜੇ ਉਸੇ ਤਰ੍ਹਾਂ ਬਰਕਰਾਰ ਆ, ਪਰ ਹੋ ਸਕਦਾ ਕਿ ਆਖਰੀ ਜਿਹੜਾ ਕੁਆਟਰ ਆ ਉਹਦੇ ਵਿੱਚ ਕੁਛ ਨਾ ਕੁਛ ਕੀਤਾ ਜਾਵੇ ਤੇ ਪੂਰੀ ਕੋਸ਼ਿਸ਼ ਹੈ। ਪਰ ਇਸ ਟਾਈਮ ਦੂਸਰੇ ਪਾਸੇ ਜੇ ਆਪਾਂ ਹਾਲੈਂਡ ਦੀ ਗੱਲ ਕਰੀਏ, ਉਹਨਾਂ ਨੌਜਵਾਨਾਂ ਨੇ ਬਹੁਤ ਵਧੀਆ ਤੇ ਫਾਸਵੀਂ ਟੱਕਰ ਦਿੱਤੀ ਹੈ ਤੇ ਦੂਸਰੇ ਪਾਸੇ ਨਾਰਵੇ ਦਾ ਮੁਕਾਬਲਾ ਚੱਲਦਾ ਹੋਇਆ ਇੰਗਲੈਂਡ ਦੇ ਨਾਲ। ਇੰਗਲੈਂਡ ਦੇ ਜਿਹੜੇ ਜੰਪਲ ਖਿਡਾਰੀ ਨੇ, ਇੱਥੇ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਬਹੁਤ ਵਧੀਆ ਧੰਨਵਾਦ ਬਾਸੀ ਭਾਜੀ ਹੁਣਾਂ ਦਾ ਜਿਹੜੇ ਕਿ ਟੀਮ ਲੈ ਕੇ ਪਹੁੰਚੇ ਨੇ। ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਸਕਰੀਨ ਦੇ ਉੱਤੇ ਹਾਲੈਂਡ ਦਾ ਮੁਕਾਬਲਾ ਜਰਮਨੀ ਦੇ ਨਾਲ 60 ਪੁਆਇੰਟ ਹਾਲੈਂਡ ਦੇ ਤੇ ਜਰਮਨੀ ਦੇ 44 ਪੁਆਇੰਟ 16 ਪੁਆਇੰਟ ਦਾ ਫਰਕ ਆ। ਜੇ ਆਪਾਂ ਗੱਲ ਕਰੀਏ ਕਿ ਇਸ ਨੌਜਵਾਨ ਦੀ ਜਿਹੜਾ ਹੁਣੇ ਰੇਡ ਪਾ ਕੇ ਆਇਆ, ਸੋ ਭਾਜੀ ਕਿੱਦਾਂ ਕੀ ਕਹਿਣਾ ਚਾਹੋਗੇ, ਕਿਉਂਕਿ ਜਿਹੜੇ ਨੌਜਵਾਨ ਨੇ ਇਸ ਸਮੇਂ ਦੇ ਉੱਤੇ ਰੇਡ ਪਾਈ ਆ, ਪਾ ਕੇ ਆਇਆ ਹੁਣੇ 7 ਨੰਬਰ ਜਰਸੀ ਦੇ ਵਿੱਚ, ਬਹੁਤ ਵਧੀਆ ਹੁਣ ਤੋਂ ਉਸ ਨੇ ਮੈਚ ਦੇ ਵਿੱਚ ਪ੍ਰਦਰਸ਼ਨ ਕੀਤਾ, ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਆ। ਬਾਕੀ ਟੀਮ ਲੱਗਦਾ ਉਹਦੇ ਸਿਰ ਤੇ ਖੜੀ ਆ, ਕਿਉਂਕਿ ਇਸ ਸਮੇਂ ਇੱਕ ਜਿਹੜਾ ਪੁਆਇੰਟ ਹੋਰ ਹਾਲੈਂਡ ਦੇ ਹੱਕ ਦੇ ਵਿੱਚ ਜੁੜਦਾ ਹੋਇਆ, ਕਿਉਂਕਿ ਰੇਡਰ ਜਿਹੜਾ ਆ ਉਹ ਨਾ ਕਾਮਯਾਬ ਰਿਹਾ ਤੇ ਇਸ ਸਮੇਂ ਮੇਰਾ ਖਿਆਲ ਵੀ ਜਿਹੜਾ BSF ਦੇ ਵਿੱਚ ਨੌਜਵਾਨ ਖੇਡਿਆ ਉਹਦੇ ਵੱਲੋਂ ਰੇਡ ਪਾਈ ਗਈ ਆ। ਜਰਮਨੀ ਦੇ ਜਿਹੜੇ 2 ਖਿਡਾਰੀ ਨੇ ਤੇ ਉਹ ਇਸ ਸਮੇਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਹੁਤ ਵਧੀਆ ਉਹਨਾਂ ਦੇ ਵੱਲੋਂ ਟਰਾਈ ਕੀਤੀ ਗਈ, ਪਰ ਨਾ ਕਾਮਯਾਬ। ਤੇ ਇਸ ਦੇ ਨਾਲ ਇੱਕ ਹੁਣ ਕੱਲਾ ਟੀਮ ਦੇ ਲਈ ਕੀ ਕਰਦਾ ਆ ਇਹ ਨੌਜਵਾਨ ਦੇਖਣਾ ਹੋਵੇਗਾ 8 ਨੰਬਰ ਜਰਸੀ ਦੇ ਵਿੱਚ ਤੇ ਮੋਰੇ ਸਾਰੀ ਦੀ ਸਾਰੀ ਟੀਮ ਤੇ ਉਸ ਟੀਮ ਦੇ ਵਿੱਚੋਂ ਮੇਰਾ ਖਿਆਲ ਵੀ ਇੱਕ ਜਿਹੜਾ ਆ ਖਿਡਾਰੀ ਇੱਕ ਖਿਡਾਰੀ ਨੂੰ ਟੱਚ ਕੀਤਾ ਗਿਆ ਤੇ ਰੈਫਰੀ ਦਾ ਫੈਸਲਾ ਕਿ 1 ਪੁਆਇੰਟ ਜਿਹੜਾ ਆ ਇਸ ਸਮੇਂ ਜਰਮਨੀ ਦੇ ਹੱਕ ਦੇ ਵਿੱਚ ਜੁੜਦਾ ਹੋਇਆ ਤੇ ਹਰ ਜਰਮਨੀ ਦਾ 1 ਪੁਆਇੰਟ ਜਿੱਥੇ ਜੁੜਿਆ ਉਸੇ ਦੇ ਨਾਲ 1 ਪਲੇਅਰ ਦੀ ਵੀ ਵਾਪਸੀ ਹੋਈ ਆ। ਤੇ ਇੱਥੇ ਮੇਰਾ ਖਿਆਲ ਵੀ ਥੋੜੀ ਤੂੰ ਮੈਂ ਹੁੰਦੀ ਹੋਈ, ਕਿਉਂਕਿ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਦੇ ਵਿੱਚ ਜੇ ਤੂੰ ਮੈਂ ਨਾ ਹੋਵੇ ਤਾਂ ਉਹ ਗੱਲ ਨਹੀਂ ਬਣਦੀ ਹੈਗੀ। ਤੇ ਇਸ ਟਾਈਮ ਪੁਆਇੰਟਾਂ ਦਾ ਜਿਹੜਾ ਫਾਸਲਾ ਆ ਉਹ ਇਸੇ ਤਰ੍ਹਾਂ ਬਰਕਰਾਰ 45 ਪੁਆਇੰਟ ਜਿਹੜੇ ਨੇ ਜਰਮਨੀ ਤੇ 63 ਪੁਆਇੰਟ ਜਿਹੜੇ ਨੇ ਇਸ ਟਾਈਮ ਹਾਲੈਂਡ ਲੈ ਕੇ ਜਿਹੜੀ ਲੀਡ ਆ ਉਹ ਬਰਕਰਾਰ ਰੱਖਦੀ ਹੋਈ। ਇਸ ਲੀਡ ਨੂੰ ਘਟਾਉਣ ਦੇ ਵਿੱਚ ਕਿੱਦਾਂ ਕਾਮਯਾਬ ਹੁੰਦੀ ਹੈ ਇਹ ਟੀਮ ਦੇਖਣਾ ਹੋਵੇਗਾ। ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਕਿ ਇਸ ਅੱਜ ਦੇ ਦਿਨ ਸੈਟਰਡੇ ਵਾਲੇ ਦਿਨ ਸਕਾਟਲੈਂਡ ਦੇ ਵਿੱਚ ਗਲਾਸਗੋ ਦੇ ਵਿੱਚ ਇਹ ਚੱਲਦੇ ਹੋਏ ਮੁਕਾਬਲੇ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਤੇ ਇਸ ਟਾਈਮ ਕੱਲੇ ਦਾ ਮੁਕਾਬਲਾ ਕੱਲੇ ਦੇ ਨਾਲ ਤੇ ਮੇਰਾ ਖਿਆਲ ਹੈ ਬਈ ਦੋਨੇ ਹੀ ਆਪਾਂ 7 ਨੰਬਰ ਜਰਸੀ ਦੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਨੌਜਵਾਨ ਦੇ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਸਾਰੇ ਹੀ ਮੈਚ ਦੇ ਵਿੱਚ। ਪੂਰਾ ਜੋ ਸ਼ੀਲਾ ਆ ਇਹ ਪਲੇਅਰ ਤੇ ਇਸ ਟਾਈਮ 2 ਖਿਡਾਰੀਆਂ ਨੂੰ ਆਊਟ ਵੀ ਕਰਦਾ ਹੋਇਆ, ਜਿਸ ਦੇ ਨਾਲ ਸਾਰੀ ਦੀ ਸਾਰੀ ਜਿਹੜੀ ਟੀਮ ਆ
ਉਹ ਜਰਮਨੀ ਦੀ ਆਊਟ ਹੁੰਦੀ ਹੋਈ ਤੇ 4 ਜਿਹੜੇ ਪੁਆਇੰਟ ਆ ਮੇਰੇ ਖਿਆਲ 2 ਬੋਨਸ ਪੁਆਇੰਟ ਤੇ ਨਾਲ ਜਰਮਨੀ ਦੀ ਦੁਬਾਰਾ ਟੀਮ ਜਿਹੜੀ ਆ ਐਂਟਰ ਹੁੰਦੀ ਹੋਈ ਗਰਾਊਂਡ ਦੇ ਵਿੱਚ, ਕਿਉਂਕਿ ਸਾਰੀ ਟੀਮ ਆਊਟ ਹੋਣ ਤੋਂ ਬਾਅਦ ਦੇ ਵਿੱਚ ਇਹ ਟੀਮ ਜਿਹੜੀ ਆ ਦੁਬਾਰਾ ਵਾਪਸ ਆਉਂਦੀ ਆ। ਤੇ ਉਧਰ 6-7 ਮਿੰਟ ਦਾ ਜਿਹੜਾ ਸਮਾਂ ਆ ਇਸ ਮੁਕਾਬਲੇ ਦਾ ਜੋ ਬਚਿਆ ਹੋਇਆ, ਤੇ ਇਸ ਮੁਕਾਬਲੇ ਤੋਂ ਬਾਅਦ ਆਪਾਂ ਦੂਸਰੀ ਪਿੱਚ ਦੇ ਉੱਤੇ ਚੱਲਾਂਗੇ ਜਿੱਥੇ ਕਿ ਜੇ ਨਾਰਵੇ ਦਾ ਮੁਕਾਬਲਾ ਇੰਗਲੈਂਡ ਦੇ ਨਾਲ ਚੱਲ ਰਿਹਾ ਆ। ਤੇ ਉਹ ਮੁਕਾਬਲਾ ਵੀ ਦੇਖਣ ਵਾਲਾ ਰਹੇਗਾ, ਰੌਚਕ ਮੁਕਾਬਲਾ ਰਹੇਗਾ, ਕਿਉਂਕਿ ਦੋਨਾਂ ਹੀ ਟੀਮਾਂ ਦੇ ਵਿੱਚ ਜੰਪਲ ਖਿਡਾਰੀ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ, ਕਿਉਂਕਿ ਇਹਨਾਂ ਨੌਜਵਾਨਾਂ ਨੇ ਪੰਜਾਬ ਦੀ ਉਸ ਮਿੱਟੀ ਦੇ ਵਿੱਚ ਤਾਂ ਇਸ ਗੇਮ ਨੂੰ ਨਹੀਂ ਅਪਣਾਇਆ, ਪਰ ਬਾਹਰ ਆ ਕੇ ਬਾਹਰ ਜੰਪ ਪਲ ਕੇ ਮਾਂ-ਬਾਪ ਨੇ ਇਹਨਾਂ ਬੱਚਿਆਂ ਨੂੰ ਜ਼ਰੂਰ ਹੌਸਲਾ ਵਧਾਇਆ ਕਿ ਇਸ ਗੇਮ ਦੇ ਨਾਲ ਜੁੜੀਏ। ਤੇ ਬਿਲਕੁਲ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਜੋੜੀਏ। ਤੇ ਇਸੇ ਤਰ੍ਹਾਂ KTV ਗਲੋਬਲ ਦੇ ਰਾਹੀਂ ਤੁਸੀਂ ਦੇਖ ਰਹੇ ਹੋ ਦੁਨੀਆ ਭਰ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਕਿਤੇ ਵੀ ਬੈਠੇ ਹੋ, ਤੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ। ਕਿਉਂਕਿ ਇਹ ਗੇਮ ਦੇ ਨਾਲ ਜਿੱਥੇ ਆਪਾਂ ਜੁੜਨਾ, ਹੋ ਸਕਦਾ ਕਿ ਇਸ ਗੇਮ ਤੋਂ ਇਨਸਪਾਇਰ ਹੋ ਕੇ, ਇਸ ਚੈਂਪੀਅਨਸ਼ਿਪ ਤੋਂ ਇਨਸਪਾਇਰ ਹੋ ਕੇ ਹੋਰ ਬੱਚੇ ਇਸ ਗੇਮ ਦੇ ਨਾਲ ਜੁੜਨ। ਤੇ ਇੰਗਲੈਂਡ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਥਾਂ-ਥਾਂ ਦੇ ਉੱਤੇ ਭਾਜੀ ਹੁਣਾਂ ਨੇ ਦੱਸਿਆ, ਸ਼ੋਕ ਹੁਣਾਂ ਨੇ, ਕਿ ਮੁਕਾਬਲੇ ਕਰਾਉਣ ਦੇ ਨਾਲ ਸਿਖਲਾਈ ਵੀ ਦਿੱਤੀ ਜਾਂਦੀ ਹੈ ਬੁਲਹੰਪਟਨ ਦੇ ਵਿੱਚ, ਕੈਨਕ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਈਸਟ ਮੈਨਲ ਦੇ ਵਿੱਚ, ਬਾਰਕਿੰਗ ਦੇ ਵਿੱਚ ਬਾਸੀ ਭਾਜੀ ਹੁਣੀ। ਤੇ ਮੁੜ ਕੇ ਆਓ ਚਲੀਏ ਇਸ ਮੁਕਾਬਲੇ ਦੇ ਵੱਲ, ਜਿੱਥੇ ਕਿ ਹਾਲੈਂਡ ਦੀ ਟੀਮ ਜਿਹੜੀ ਆ ਇਸੇ ਤਰ੍ਹਾਂ ਆਪਣੀ ਜਿਹੜੀ ਲੀਡ ਆ ਉਹ ਬਣਾਉਣ ਦੇ ਵਿੱਚ ਕਾਮਯਾਬ ਆ। 69 ਪੁਆਇੰਟਸ ਹਾਲੈਂਡ ਤੇ ਜਰਮਨੀ ਦੇ 45 ਪੁਆਇੰਟ। The last point there. When you got a finger, but not when you went out. You didn't want to. Yeah, that's what I thought, but then you couldn't go out. It looked like it was okay. Yeah.
5, 4, 3. ਤੇ ਇਸ ਟਾਈਮ ਤੁਸੀਂ ਦੇਖਿਆ ਮੁਕਾਬਲਾ ਜਰਮਨੀ ਦਾ ਹਾਲੈਂਡ ਦੇ ਨਾਲ। ਮੈਂ ਕਿਹਾ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਇਸ ਸਾਲ ਪਹਿਲੀ ਵਾਰ ਇਹਨਾਂ ਟੀਮਾਂ ਨੇ ਪ੍ਰਦਰਸ਼ਨ ਕੀਤਾ। ਅਸ਼ੋਕ ਜੀ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨਸ ਕਿ ਇੰਨੀ ਵਧੀਆ ਗੇਮ ਤੇ ਇੰਨੀ ਛੇਤੀ ਇਹਨਾਂ ਨੌਜਵਾਨਾਂ ਨੇ ਇਸ ਗੇਮ ਨੂੰ ਅਡਾਪਟ ਕੀਤਾ। ਕੀ ਕਹਿਣਾ ਚਾਹੋਗੇ ਭਾਜੀ? ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇਹ ਲਗਨ ਹੋਣੀ ਚਾਹੀਦੀ ਹੈ ਜੀ, ਕਿਸੇ ਚੀਜ਼ ਦੀ ਵੀ ਲਗਨ ਆ, ਲਗਨ ਤੋਂ ਬਿਨਾ ਕੁਝ ਨਹੀਂ ਹੈਗਾ। ਇਹ ਦੇਖੋ ਜਿਨ੍ਹਾਂ ਨੂੰ ਕਬੱਡੀ ਦੇ ਸ਼ਬਦ ਦਾ ਨਹੀਂ ਪਤਾ, ਕਬੱਡੀ ਦਾ ਕੁਝ ਪਤਾ ਨਹੀਂ ਸੀਗਾ, ਪਹਿਲੀ ਵਾਰੀ ਇਹਨਾਂ ਨੇ ਇਹ ਮੈਚ ਖੇਡਿਆ, ਪਹਿਲੀ ਵਾਰੀ ਮੈਚ ਖੇਡਿਆ ਉਹਨਾਂ ਮੁੰਡਿਆਂ ਨਾਲ ਜਿਹੜੇ ਕਿੰਨੇ ਸਾਲਾਂ ਤੋਂ ਖੇਡਦੇ ਪਏ ਨੇ, ਰਾਈਟ। ਔਰ ਇਹਨਾਂ ਨੇ ਉਹਨਾਂ ਨੂੰ 80 ਤੇ ਹਰਾਇਆ ਜੀ। ਓਕੇ, he was just asking, right, how did you bring to the kabaddi and how did you win? Because those the team you play with, right, they are experienced and you played first time. How did you done that? We had a preparation with our coach Chandu, like few months. With the gym plays here. We trained together all the time, very intensive, and we were looking forward to this tournament, our first tournament. So yeah, we enjoy ourselves as well with a young crowd. So yeah. Did you have any plan before you play? Yeah, well, our plan was to be patient and listen to our coach, because then if else we don't coach, we get punished by our coach. So Before you joined this kabaddi, what were you used to do? Any other sport you were used to do, or? when I was young, I played judo, and then I played rugby from the age of 7 for national and international as well. And then I met kabaddi. So I hope there's going to be more clubs in Holland to play kabaddi. Why did you love kabaddi? Why are you playing kabaddi? It's fast, contact sports, and I enjoy the contact sports and with a team. So that's. Would you like to play carry on? Sorry. Are you going to play carry on? You want to be I hope so. further? Yeah, I hope so. If this continues, these tournaments, yeah, we will prepare to play some more tournaments. Yeah. What is your hope in this tournament? Be champion, of course. Wow, Yeah. wow, that's it. Yes, Good luck for that. So thank you very much. And sorry, before you go, what's your name? Casper, like the friendly ghost. Caspan, ਕੰਗ੍ਰੈਚੁਲੇਸ਼ਨਸ ਟੂ ਦ ਹੋਲ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਤੇ ਇਸ ਟਾਈਮ ਜਿਹੜਾ ਅਗਲਾ ਮੁਕਾਬਲਾ ਆ ਬਿਲਕੁਲ ਹੋਮ ਗਰਾਊਂਡ ਦੇ ਉੱਤੇ ਹੋਮ ਟੀਮ ਦਾ ਹੋਵੇਗਾ, ਸਕਾਟਲੈਂਡ ਦਾ। ਅਸ਼ੋਕ ਜੀ, ਉਹਦੇ ਵਿੱਚ ਨੇਵੀ ਵਾਲੇ ਤੇ ਆਰਮੀ ਵਾਲੇ ਵੀ ਨੌਜਵਾਨ ਪ੍ਰਦਰਸ਼ਨ ਕਰ ਰਹੇ ਆ। ਜੀ ਇਹਦੇ 'ਚ ਆਪਣਾ ਰਾਇਲ ਨੇਵੀ ਤੇ ਆਰਮੀ ਵੀ ਆਪਣਾ ਪ੍ਰਦਰਸ਼ਨ ਕਰਨਗੇ। ਉਹਨਾਂ ਨੂੰ ਮੇਨ 'ਚ ਨਹੀਂ ਪਾਇਆ ਕਿਉਂਕਿ ਇਹ ਯੂਰਪੀਅਨ ਹੈ, ਸਿਰਫ ਤੁਸੀਂ ਕੰਟਰੀ ਵਾਸਤੇ ਖੇਡ ਸਕਦੇ ਹੋ। ਉਹ ਇੱਥੇ ਪ੍ਰਦਰਸ਼ਨ ਕਰਨਗੇ ਔਰ ਗਾਂ ਆਉਂਦੇ ਸਾਲਾਂ ਦੇ ਵਿੱਚ ਜਿੱਦਾਂ ਅੱਗੇ ਇੰਗਲੈਂਡ ਵਾਸਤੇ ਖੇਡਦੇ ਸੀ ਫਿਰ ਖੇਡਣਗੇ। ਇਸੇ ਤਰ੍ਹਾਂ ਆਪਾਂ ਅਗਲੇ ਮੈਚ ਦੇ ਵੱਲ ਚੱਲਦੇ ਹਾਂ ਕਿਉਂਕਿ ਸਾਨੂੰ ਪਤਾ ਕਿ ਪਿਚ ਨੰਬਰ 2 ਦੇ ਉੱਤੇ ਮੁਕਾਬਲਾ ਚੱਲ ਰਿਹਾ ਤੁਹਾਡੇ ਆਪਣੀ ਟੀਮ ਦਾ ਇੰਗਲੈਂਡ ਦਾ ਨਾਰਵੇ ਦੇ ਨਾਲ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਸਮੇਂ ਜਿਹੜੀ ਸਭ ਤੋਂ ਵੱਡੀ ਕੋਸ਼ਿਸ਼ ਆ ਇਹ ਕੀਤੀ ਜਾ ਰਹੀ ਹੈ ਕਿ ਇਹਨਾਂ ਬੱਚਿਆਂ ਨੂੰ ਇੱਥੇ ਦੇ ਜਿਹੜੇ ਇੰਗਲੈਂਡ ਦੇ ਜੰਪਲ ਖਿਡਾਰੀ ਨੇ ਉਹਨਾਂ ਨੂੰ ਇਸ ਚੈਂਪੀਅਨਸ਼ਿਪ ਦੇ ਵਿੱਚ ਮੌਕਾ ਦਿੱਤਾ ਜਾਵੇ, ਕਿਉਂਕਿ ਅਸ਼ੋਕ ਜੀ ਉਹਨਾਂ ਨੇ ਦੱਸਿਆ ਕਿ ਉਹ ਇਹਨਾਂ ਨੇ ਮੇਨ ਪਲੇਅਰ ਜਿਹੜੇ ਆ ਉਹ ਨਹੀਂ ਲੈ ਕੇ ਆਉਂਦੇ। ਪਰ ਜਿਹੜੀ ਚੈਂਪੀਅਨਸ਼ਿਪ ਮੈਟਰ ਨਹੀਂ ਕਰਦੀ, ਮੈਟਰ ਇਹ ਕਰਦੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਕਬੱਡੀ ਨੂੰ ਵੱਧ ਤੋਂ ਵੱਧ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚਾਉਣਾ। ਤੇ ਆਓ ਜੁੜਦੇ ਹਾਂ ਮੈਚ ਦੇ ਨਾਲ। ਥੈਂਕ ਯੂ। Kabaddi, 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 kabaddi.